ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਮਾਡਰਨ ਹਿਸਟਰੀ ਦੀ ਕਲਾਸ ਨੰਬਰ 15 ਲੈ ਕੇ ਆਏ ਹਾਂ ਜੀ। ਇਸ ਤੋਂ ਪਹਿਲਾਂ ਆਪਾਂ 14 ਕਲਾਸਾਂ ਮਾਡਰਨ ਹਿਸਟਰੀ ਦੀਆਂ ਕਰ ਚੁੱਕੀਆਂ ਹਾਂ, ਜਿਹਦੇ ਵਿੱਚ ਕਿ 1943 ਈਸਵੀ ਤੱਕ ਆਪਾਂ ਕਵਰ ਕਰ ਲਿਆ ਵਾ। ਇਹ ਆਪਣੀ ਜਿਹੜੀ ਕਲਾਸ ਹੋਏਗੀ, ਠੀਕ ਆ ਜੀ, ਇਹ ਮਾਡਰਨ ਹਿਸਟਰੀ ਥਿਊਰੀ ਦੀ ਆਪਣੀ ਆਖਰੀ ਕਲਾਸ ਹੋਏਗੀ, ਠੀਕ ਆ ਜੀ। ਇਸ ਤੋਂ ਬਾਅਦ ਆਪਾਂ MCQ ਕਲਾਸਿਸ ਸ਼ੁਰੂ ਕਰ ਦਾਂਗੇ ਮਾਡਰਨ ਹਿਸਟਰੀ ਦੀਆਂ, ਠੀਕ ਆ ਜੀ। ਸੋ ਇਹਨੂੰ ਤੁਸੀਂ ਆਖਰੀ ਕਲਾਸ ਮੰਨ ਕੇ ਚੱਲ ਸਕਦੇ ਹੋ। ਇਸ ਤੋਂ ਬਾਅਦ MCQ ਕਲਾਸਿਸ ਚੱਲਣਗੀਆਂ, ਠੀਕ ਆ ਜੀ। ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਕਲਾਸ। ਅਗਰ ਤੁਸੀਂ ਇਸ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰਿਆਂ ਤੋਂ ਪਹਿਲਾਂ ਉਹ ਕਰ ਲਓ। ਹਿਸਟਰੀ, ਪੋਲਿਟੀ, ਪੰਜਾਬ GK ਅਤੇ ਬਾਕੀ GK ਦੀ ਤਿਆਰੀ ਆਪਾਂ ਫ੍ਰੀ ਦੇ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਰਵਾ ਰਹੇ ਹਾਂ, ਅਤੇ ਇਹਦੀ PDF ਜੋ ਹੈ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਏਗੀ, ਠੀਕ ਹੈ ਜੀ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਹੁਣ ਦੇਖੋ ਜੀ, 1944 ਦੇ ਵਿੱਚ ਕੀ ਹੋਇਆ ਸੀ ਜੀ। 1944 ਈਸਵੀ ਦੇ ਵਿੱਚ ਨਾ ਇੱਕ CR ਪਲਾਨ ਆਇਆ ਸੀ, ਜਿਹਨੂੰ ਆਪਾਂ ਕਿ ਰਾਜਾ ਜੀ ਫਾਰਮੂਲਾ ਜਾਂ CR ਫਾਰਮੂਲਾ ਵੀ ਕਹਿ ਦਿੰਦੇ ਆ। ਇਹਦੇ ਵਿੱਚ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਪਹਿਲਾਂ ਤਾਂ ਇਹੀ ਬਣਦਾ ਵਾ ਕਿ CR ਫਾਰਮੂਲਾ ਦੀ ਡੇਟ ਦੱਸੋ, ਠੀਕ ਹੈ ਜੀ। ਸੋ ਈਅਰ ਦੱਸੋ। ਸੋ ਇਹਦਾ ਈਅਰ ਹੈਗਾ 1944, ਠੀਕ ਹੈ ਜੀ। ਇਹ ਯਾਦ ਕਰ ਲੈਣਾ ਤੁਸੀਂ। ਨੈਕਸਟ ਆ ਗਿਆ ਜੀ। ਹੁਣ ਜੀ ਇਹ ਹੈ ਕੀ ਸੀ। ਸੀ ਗੋਪਾਲਚਾਰੀਆ ਸੀਗੇ ਜੀ ਆਪਣੇ, ਠੀਕ ਆ। ਸੀ ਗੋਪਾਲਚਾਰੀਆ ਦਾ ਫਾਰਮੂਲਾ ਕਹਿੰਦੇ ਆ ਆਪਾਂ ਇਹਨੂੰ, ਠੀਕ ਆ। ਚੱਕਰਵਰਤੀ ਗੋਪਾਲਚਾਰੀਆ ਦੁਆਰਾ ਬ੍ਰਿਟਿਸ਼ ਭਾਰਤ ਦੀ ਆਜ਼ਾਦੀ ਤੇ, ਠੀਕ ਆ ਜੀ, ਬ੍ਰਿਟਿਸ਼ ਭਾਰਤ ਦੀ ਆਜ਼ਾਦੀ ਤੇ ਆਲ ਇੰਡੀਆ ਮੁਸਲਿਮ ਲੀਗ ਹੋ ਗਈ ਤੇ ਇੱਕ ਇੰਡੀਅਨ ਨੈਸ਼ਨਲ ਕਾਂਗਰਸ, ਠੀਕ ਆ ਜੀ। ਇਹਦੇ ਵਿਚਾਲੇ ਜਿਹੜਾ ਸਿਆਸੀ ਡੈਡਲੌਕ ਹੋ ਰਿਹਾ ਸੀ ਉਹਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਪ੍ਰਸਤਾਵ ਸੀ, ਕਿਉਂਕਿ ਤੁਹਾਨੂੰ ਪਤਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਦੀ ਆਪਸ ਦੇ ਵਿੱਚ ਜਦੋਂ ਤੋਂ ਮੁਸਲਿਮ ਲੀਗ ਦੀ ਸਥਾਪਨਾ ਹੋਈ ਸੀ ਉਸ ਤੋਂ ਬਾਅਦ ਕਦੇ ਇਕੱਠੇ ਹੋ ਜਾਂਦੇ ਸੀ, ਕਦੇ ਇਹਨਾਂ ਦੀ ਆਪਸ ਦੇ ਵਿੱਚ ਖੜਕ ਜਾਂਦੀ ਸੀ, ਠੀਕ ਆ। ਸੋ ਉਹਨੂੰ ਹੱਲ ਕਰਨ ਲਈ ਇਹ ਪ੍ਰਸਤਾਵ ਰੱਖਿਆ ਗਿਆ ਸੀ। ਲੀਗ ਦੇ ਵਿੱਚ ਮੁਸਲਿਮ ਲੀਗ ਦੀ ਸਥਿਤੀ ਇਹ ਸੀ ਕਿ ਬਰਤਾਨਵੀ ਭਾਰਤ ਦੇ ਮੁਸਲਮਾਨ ਅਤੇ ਹਿੰਦੂ ਦੋ ਵੱਖ-ਵੱਖ ਕੌਮਾਂ ਨੇ, ਅਤੇ ਇਸ ਤੋਂ ਬਾਅਦ ਮੁਸਲਮਾਨਾਂ ਨੂੰ ਆਪਣੀ ਕੌਮ ਦਾ ਹੱਕ ਹੈ। ਜਾਣੀ ਕਿ ਉਹ, ਜਿੱਦਾਂ ਕਿ ਤੁਹਾਨੂੰ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਕਿ ਮੁਸਲਿਮ ਜੋ ਸੀਗੇ, ਮੁਸਲਿਮ ਕਮਿਊਨਿਟੀ ਸੀਗੀ ਉਸ ਟਾਈਮ ਦੇ ਉੱਤੇ, ਉਹ ਆਪਦੇ ਲਈ ਅਲੱਗ ਆਪਣੇ ਦੇਸ਼ ਦੀ ਮੰਗ ਕਰ ਰਹੇ ਸੀ, ਠੀਕ ਹੈ ਜੀ। ਸੋ ਉਹ ਬਾਰ-ਬਾਰ ਇਹ ਚੀਜ਼ ਕਹਿ ਰਹੇ ਸੀ ਕਿ ਇਹ ਦੋਨੋਂ ਅਲੱਗ-ਅਲੱਗ ਕੌਮਾਂ ਨੇ, ਤਾਂ ਮੁਸਲਮਾਨਾਂ ਨੂੰ ਉਹਨਾਂ ਨੂੰ ਆਪਣੀ ਕੌਮ ਦਾ ਤੇ ਆਪਦੇ ਅਲੱਗ ਦੇਸ਼ ਦਾ ਹੱਕ ਦਿੱਤਾ ਜਾਵੇ, ਠੀਕ ਹੈ ਜੀ। ਸੋ ਆਹ ਨੀਚੇ ਆਪਣਾ ਇੰਗਲਿਸ਼ ਦੇ ਵਿੱਚ ਕੀ ਦਿੱਤਾ ਹੋਇਆ, ਤੁਸੀਂ ਇੰਗਲਿਸ਼ ਦੇ ਵਿੱਚ ਵੀ ਇਹਨੂੰ ਪੜ੍ਹ ਸਕਦੇ ਹੋ ਅਗਰ ਤੁਹਾਨੂੰ ਪੰਜਾਬੀ ਦੇ ਵਿੱਚ ਕੋਈ ਵਰਡ ਔਖਾ ਲੱਗੇ, ਠੀਕ ਹੈ ਜੀ। ਹੁਣ ਜੀ ਕੇਂਦਰ ਵਿੱਚ ਇਹਦਾ ਇੱਕ ਹੋਰ ਸੀਗਾ ਕਿ ਕੇਂਦਰ ਦੇ ਵਿੱਚ ਜਦੋਂ ਆਰਜੀ ਸਰਕਾਰ ਬਣੂਗੀ, ਠੀਕ ਆ, ਤਾਂ ਉਹਦੇ ਲਈ ਉਹਨਾਂ ਨੇ ਕਿਹਾ ਕਿ ਕਾਂਗਰਸ ਨਾਲ ਸਹਿਯੋਗ ਕਰੇਗੀ ਮੁਸਲਿਮ ਲੀਗ। ਮੁਸਲਿਮ ਲੀਗ ਆ ਜਿਹੜੀ ਆਜ਼ਾਦੀ ਦੀ ਕਾਂਗਰਸ ਦੀ ਮੰਗ ਦਾ ਸਮਰਥਨ ਕਰੇਗੀ। ਮਤਲਬ ਜੋ ਆਜ਼ਾਦੀ ਦੀ ਮੰਗ ਕਰ ਰਹੇ ਸੀ, ਆਜ਼ਾਦੀ ਦੀ ਮੰਗ ਦਾ ਇੱਦਾਂ ਨਹੀਂ ਕਿ ਮੁਸਲਿਮ ਲੀਗ ਨਹੀਂ ਕਰ ਰਹੀ ਸੀ, ਉਹ ਵੀ ਕਰ ਰਹੀ ਸੀ, ਕਾਂਗਰਸ ਵੀ ਕਰ ਰਹੀ ਸੀ। ਸੋ ਇਹਦਾ ਇਹੀ ਸੀ ਕਿ ਦੋਨੇ ਇਕੱਠੇ ਹੋ ਜਾਣ, ਠੀਕ ਆ। ਮੇਨ ਇਹਦਾ ਇਹੀ ਸੀਗਾ ਪੁਆਇੰਟ ਕਿ ਇਹ ਦੋਨੇ ਇਕੱਠੇ ਹੋ ਕੇ ਆਜ਼ਾਦੀ ਦੀ ਮੰਗ ਕਰਨਾ, ਠੀਕ ਆ ਜੀ, ਅੰਗਰੇਜ਼ਾਂ ਤੋਂ। ਹੁਣ ਜੀ ਦੂਜੇ ਵਿਸ਼ਵ ਯੁੱਧ ਦਾ ਅੰਤ ਹੋ ਗਿਆ। ਜਦੋਂ ਦੂਜੇ ਵਿਸ਼ਵ ਦਾ ਅੰਤ ਦੇ ਉੱਤੇ ਉਹ ਕਹਿੰਦਾ ਜੀ ਪੂਰਨ ਬਹੁ ਗਿਣਤੀ ਵਾਲੇ ਜਿਹੜੇ ਮੁਸਲਿਮ ਆਬਾਦੀ ਵਾਲੇ ਜ਼ਿਲ੍ਹਿਆਂ ਦੀ ਹੱਦਬੰਦੀ ਕਰਨ ਲਈ ਇੱਕ ਇੱਕ ਕਮਿਸ਼ਨ ਨਿਯੁਕਤ ਕੀਤਾ ਜਾਵੇ, ਅਤੇ ਉਹਨਾਂ ਖੇਤਰਾਂ ਵਿੱਚ ਅਡਲਟ ਸਫਰੇਜ ਦੇ ਆਧਾਰ ਤੇ ਸਾਰੇ ਨਿਵਾਸੀਆਂ ਜਿਹੜੇ ਕਿ ਗੈਰ ਮੁਸਲਮਾਨ ਵੀ ਹੁੰਦੇ ਨੇ ਤੇ ਰਾਜਸ਼ੁਮਾਰੀ ਕਾਰਵਾਈ ਕਰੀ ਜਾਏਗੀ ਇੱਕ ਵੱਖ ਪ੍ਰਭੂਸੱਤਾ ਸੰਪੰਨ ਰਾਜ ਬਣਾਉਣ ਲਈ, ਠੀਕ ਹੈ ਜੀ। ਸੋ ਇਹਦੇ ਲਈ ਇਹੀ ਸੀਗਾ ਕਿ ਇੱਕ ਅਲੱਗ ਤੋਂ ਇੱਕ ਕਮਿਸ਼ਨ ਨਿਯੁਕਤ ਕੀਤਾ ਜਾਵੇ ਜਿਹਦੇ ਵਿੱਚ ਕਿ ਇਹਦੇ ਵਿੱਚ ਅਲੱਗ ਜੋ ਆਪਣਾ ਰਾਜ ਬਣਾਇਆ ਜਾਵੇ, ਠੀਕ ਹੈ ਜੀ, ਆਪਣਾ ਭਾਰਤ ਦਾ। ਨੈਕਸਟ ਆ ਗਿਆ ਜੀ, ਸਾਰੀਆਂ ਪਾਰਟੀਆਂ ਨੂੰ ਵੋਟਿੰਗ ਤੋਂ ਪਹਿਲਾਂ ਵੰਡ ਤੇ ਆਪਣਾ ਰੁਖ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਹੋਵੇਗੀ, ਠੀਕ ਹੈ ਜੀ। ਸੋ ਇਹਦੇ ਵਿੱਚ ਇੱਕ ਪੁਆਇੰਟ ਇਹਦੇ ਵਿੱਚ ਇਹ ਵੀ ਸੀ, ਵੰਡ ਨੂੰ ਸਵੀਕਾਰ ਕਰਨ ਦੀ ਸਥਿਤੀ ਵਿੱਚ ਕਮਰਸ, ਸੰਚਾਰ ਆਦਿ ਦੀ ਸੁਰੱਖਿਆ ਲਈ ਸਾਂਝੇ ਤੌਰ ਤੇ ਸਮਝੌਤਾ ਕੀਤਾ ਜਾਵੇਗਾ। ਸੋ ਇਹਦੇ ਵਿੱਚ ਮੇਨ ਪੁਆਇੰਟ ਆਪਣਾ ਇਹੀ ਬਣਦਾ ਵਾ। ਸੋ ਆਪਾਂ ਟੌਪਿਕ ਵਾਈਜ਼ ਕਰ ਰਹੇ ਹਾਂ, ਇਸ ਲਈ ਆਪਾਂ ਪੂਰਾ ਕਰ ਰਹੇ ਹਾਂ, ਠੀਕ ਹੈ ਜੀ। ਸੋ ਮੇਨ ਇਹਦੇ ਵਿੱਚ ਇਹੀ ਬਣਦਾ ਕਿ CR ਫਾਰਮੂਲਾ ਵਾ ਜਿਹੜਾ 1944, ਇਹਦਾ ਇੱਕ ਪਹਿਲਾ ਪੁਆਇੰਟ ਯਾਦ ਕਰਨਾ ਕਿ ਇਹਦੇ ਵਿੱਚ ਜੋ ਇੰਡੀਅਨ ਨੈਸ਼ਨਲ ਕਾਂਗਰਸ ਤੇ ਆਲ ਇੰਡੀਆ ਮੁਸਲਿਮ ਲੀਗ ਦੇ ਵਿੱਚ ਡੈਡਲੌਕ ਦੇ ਹੱਲ ਕਰਨ ਲਈ ਤਿਆਰ ਕੀਤਾ ਗਿਆ ਪ੍ਰਸਤਾਵ ਸੀ। ਇੱਕ ਇਹ ਯਾਦ ਕਰ ਲਓ। ਮੋਸਟ ਇੰਪੋਰਟੈਂਟ ਇਹ ਬਣਦਾ ਵਾ, ਇੱਕ ਇਹ ਹੁੰਦਾ ਕਿ ਕਿਹਨੇ ਕਿਹਾ, ਰਾਜਾ ਸੀ ਗੋਪਾਲਚਾਰੀਆ ਦੁਆਰਾ ਕੀਤਾ ਗਿਆ ਸੀ, ਠੀਕ ਹੈ ਜੀ। ਸੋ 1944 ਦਾ ਈਅਰ ਯਾਦ ਕਰ ਲੈਣਾ। ਨੈਕਸਟ ਆਪਾਂ ਚੱਲਦੇ ਹਾਂ ਜੀ ਅੱਗੇ। ਹੁਣ ਇੱਕ ਹੋਇਆ ਸੀ ਉਸੇ ਟਾਈਮ ਦੇ ਉੱਤੇ ਗਾਂਧੀ ਤੇ ਮੁਹੰਮਦ ਅਲੀ ਜਿਨ੍ਹਾਂ ਦੀ ਇੱਕ ਮੀਟਿੰਗ ਹੋਈ ਸੀ, ਠੀਕ ਹੈ ਜੀ, ਇੱਕ ਟਾਕ ਹੋਈ ਸੀ। ਦੇਖੋ ਜੀ, ਉਹ ਕਹਿੰਦਾ ਜਿਵੇਂ ਜਿਵੇਂ ਅਲਾਈਜ਼ ਜਿਹੜੇ ਸੀਗੇ, ਠੀਕ ਹੈ ਜੀ, ਅਲਾਈਜ਼ ਜਿਹੜੇ ਸੀਗੇ ਸਹਿਯੋਗੀ ਦਲਾਂ ਨੇ, ਮਤਲਬ ਸਹਿਯੋਗੀ ਦਲ ਜਿਹੜੇ ਕਿ ਦੂਜੇ ਵਿਸ਼ਵ ਯੁੱਧ ਦੇ ਵਿੱਚ ਸੀਗੇ, ਆਪਾਂ ਪੜ੍ਹਿਆ ਸੀਗਾ ਦੂਜੇ ਵਿਸ਼ਵ ਯੁੱਧ ਦੇ ਵਿੱਚ ਲੜਾਈ ਹੋ ਰਹੀ ਸੀ, ਵਿਸ਼ਵ ਯੁੱਧ, ਤੇ ਉਹਦੇ ਵਿੱਚ ਉਹ ਕਹਿੰਦਾ ਜੀ ਲਹਿਰਾਂ ਦੇ ਮੋੜ ਨੇ ਹੋਰ ਜਿੱਤਾਂ ਦੇਖੀਆਂ। ਬ੍ਰਿਟਿਸ਼ ਪ੍ਰਸ਼ਾਸਨ ਜਿਹੜਾ ਸੀ ਦਾ ਕਾਂਗਰਸ ਪ੍ਰਤੀ ਰਵੱਈਆ ਨਰਮ ਹੁੰਦਾ ਗਿਆ ਉਸ ਟਾਈਮ ਦੇ ਉੱਤੇ, ਕਿਉਂਕਿ ਬ੍ਰਿਟਿਸ਼ ਨੂੰ ਵਿੱਚ ਦੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਹਦੇ ਕਰਕੇ ਉਹ ਕਾਂਗਰਸ ਪ੍ਰਤੀ ਉਹਨਾਂ ਦਾ ਰਵੱਈਆ ਥੋੜ੍ਹਾ ਜਿਹਾ ਨਰਮ ਹੁੰਦਾ ਗਿਆ। ਕਿਉਂਕਿ ਇੱਕ ਆਪਾਂ ਇਹ ਵੀ ਦੇਖ ਲਿਆ ਸੀ ਕਿ ਆਪਣੇ INC ਦੀ ਜਦੋਂ ਸਥਾਪਨਾ ਹੋਈ ਸੀ ਉਹ ਵੀ ਭਾਰਤ ਦੇ ਉੱਤੇ ਹਮਲਾ ਕਰ ਰਹੇ ਸੀ। ਸੋ ਸਾਰਾ ਕੁਝ ਉਹ ਆਪਾਂ ਦੇਖ ਸਕਦੇ ਹਾਂ ਕਿ ਇਹਦੇ ਕਰਕੇ ਥੋੜ੍ਹਾ ਜਿਹਾ ਇਹਨਾਂ ਦਾ ਰਵੱਈਆ ਆਮ ਹੁੰਦਾ ਗਿਆ, ਠੀਕ ਆ। ਸੋ ਉਹ ਤੋਂ ਬਾਅਦ ਕੀ ਹੋਇਆ ਜੀ, ਅਮਰੀਕਾ ਦੂਜੇ ਵਿਸ਼ਵ ਯੁੱਧ। ਹੁਣ ਜਿਹੜਾ ਅਮਰੀਕਾ ਸੀਗਾ ਵੈਸੇ ਤਾਂ ਉਹ ਬ੍ਰਿਟੇਨ ਦਾ ਸਹਿਯੋਗੀ ਸੀ, ਆਪਾਂ ਨੂੰ ਪਤਾ ਵਾ, ਪਰ ਉਹ ਫਿਰ ਵੀ ਇਹ ਕਹਿੰਦੇ ਸੀਗੇ ਸੈਲਫ ਗਵਰਨੈਂਸ ਦੇ ਦਿੱਤੀ ਜਾਵੇ। ਜਿਹੜੇ ਭਾਰਤ ਦੇ ਸਵੈ ਸ਼ਾਸਨ ਦੀ ਮੰਗ ਨੂੰ ਪੂਰਾ ਦਬਾਅ ਬਣਾ ਰਹੀ ਸੀ ਬ੍ਰਿਟਿਸ਼ਰ ਤੇ ਕਿ ਇਹਨਾਂ ਨੂੰ ਤੁਸੀਂ ਸੈਲਫ ਗਵਰਨੈਂਸ ਦੇ ਦਿਓ, ਠੀਕ ਹੈ ਜੀ।
ਹਾਲਾਂਕਿ ਹੋਰ ਕਾਂਗਰਸੀ ਆਗੂ ਜਿਹੜੇ ਸੀ ਉਹ ਕਾਫੀ ਹੱਦ ਤੱਕ ਜੇਲ੍ਹ ਦੇ ਵਿੱਚ ਸੀਗੇ, ਜਿਹੜੇ ਆਪਾਂ ਪੜ੍ਹਿਆ ਸੀਗੇ। ਉਸ ਤੋਂ ਬਾਅਦ 1942 ਦੇ ਵਿੱਚ ਜਦੋਂ ਆਪਣੀ ਸਿਵਲ ਡਿਸਓਬੀਡੈਂਟ ਮੂਵਮੈਂਟ ਚੱਲ ਰਹੀ ਸੀ, ਉਹਦੇ ਦੌਰਾਨ ਕੁਆਇਟ ਇੰਡੀਆ ਮੂਵਮੈਂਟ ਚੱਲ ਰਹੀ ਸੀ, ਸੌਰੀ ਸਿਵਲ ਡਿਸਓਬੀਡੈਂਟ ਕਹਿੰਦਾ, ਠੀਕ ਹੈ ਜੀ, ਕੁਆਇਟ ਇੰਡੀਆ ਮੂਵਮੈਂਟ ਚੱਲ ਰਹੀ ਸੀ। ਤੇ ਉਸ ਤੋਂ ਬਾਅਦ ਕਾਫੀ ਸਾਰੇ ਜਿਹੜੇ ਆਪਣੇ ਕਾਂਗਰਸੀ ਆਗੂ ਸੀਗੇ, ਸੋ ਅੰਦੋਲਨਕਾਰੀਆਂ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ। ਹਾਲਾਂਕਿ ਗਾਂਧੀ ਜੀ ਨੂੰ ਜਦੋਂ 5 ਸਤੰਬਰ 1944 ਨੂੰ ਉਹਨਾਂ ਨੇ ਉਸ ਤੋਂ ਬਾਅਦ ਰਿਹਾ ਕਰਤਾ ਸੀ, ਠੀਕ ਹੈ ਜੀ। ਹੁਣ ਕੀ ਹੋਇਆ ਜੀ ਅੱਗੇ, ਆਪਣੀ ਰਿਹਾਈ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਗਾਂਧੀ ਨੇ ਜਿਨ੍ਹਾਂ ਨਾਲ ਆਪਣੇ 2 ਰਾਸ਼ਟਰ ਸਿਧਾਂਤ ਅਤੇ ਵੰਡ ਦੇ ਮੁੱਦੇ ਤੇ ਗੱਲਬਾਤ ਕਰਨ ਦਾ ਪ੍ਰਸਤਾਵ ਰੱਖਤਾ ਨੇ। CR ਫਾਰਮੂਲਾ ਜਿਹੜਾ ਸੀ ਉਹਦੇ ਆਧਾਰ ਤੇ ਵੀ ਗੱਲਬਾਤ ਹੋਈ ਉਹਨਾਂ ਦੀ। ਫਿਰ ਵੀ ਗਾਂਧੀ ਜਿਨ੍ਹਾਂ ਦੀ ਗੱਲਬਾਤ 2 ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ ਅਸਫਲ ਰਹੀ ਸੀ, ਮਤਲਬ ਇਹਦਾ ਕੋਈ ਸਿੱਟਾ ਨਹੀਂ ਸੀ ਨਿਕਲਿਆ। ਸੋ ਉਸ ਤੋਂ ਬਾਅਦ ਇੱਕ ਨਾ ਦੇਸਾਈ ਲਿਆਕਤ ਪੈਕਟ ਵੀ ਹੋਇਆ ਸੀ 1945 ਦੇ ਵਿੱਚ। ਸੋ ਬਹੁਤ ਕੋਸ਼ਿਸ਼ ਕੀਤੀ ਗਈ ਇਹਨਾਂ ਦੁਆਰਾ ਕਿ ਇਹਨਾਂ ਦਾ ਆਪਸ ਦੇ ਵਿੱਚ ਜੋ ਮੁੱਦਾ ਹੈ, ਗਾਂਧੀ ਜੀ ਇਹ ਚਾਹੁੰਦੇ ਸੀ ਕਿ ਜਿਹੜਾ ਆਪਣਾ ਭਾਰਤ ਵਾ ਉਹ 2 ਹਿੱਸਿਆਂ ਦੇ ਵਿੱਚ ਨਾ ਵੰਡਿਆ ਜਾਵੇ। ਪਰ ਬਹੁਤ ਸਾਰੀਆਂ ਇਹਨਾਂ ਮੀਟਿੰਗਾਂ ਵੀ ਹੋਈਆਂ, ਬਹੁਤ ਸਾਰੇ ਪੈਕਟ ਵੀ ਸਾਈਨ ਹੋਏ, ਬਟ ਆਖਰ ਦੇ ਵਿੱਚ ਅੰਗਰੇਜ਼ ਜੋ ਚਾਹੁੰਦੇ ਸੀ ਕਿ ਆਪਣਾ ਭਾਰਤ ਦੀ 2 ਹਿੱਸਿਆਂ ਦੇ ਵਿੱਚ ਵੰਡ ਹੋ ਜਾਵੇ, ਉਹ ਹੋ ਕੇ ਹੀ ਰਹੀ 1947 ਤੱਕ, ਠੀਕ ਹੈ, ਜਾਂਦੇ ਜਾਂਦੇ। ਸੋ ਇਹ ਵੀ ਹੋ ਗਈ। ਉਸ ਤੋਂ ਬਾਅਦ ਕੀ ਹੋਇਆ ਜੀ, 1945 ਦੇ ਵਿੱਚ ਨਾ ਵਾਇਸਰੋਏ ਸੀਗੇ ਆਪਣੇ ਵੈਵਲ। ਉਸ ਟਾਈਮ ਵੈਵਲ ਨੇ ਕੀ ਕੀਤਾ, ਇੱਕ ਪਲਾਨ ਲੈ ਕੇ ਆਏ, ਵੈਵਲ ਪਲਾਨ। ਇੱਕ ਹੋਈ ਸੀ ਸ਼ਿਮਲਾ ਕਾਨਫਰੰਸ। ਇਹਦਾ ਤੁਸੀਂ ਡਾਇਰੈਕਟ ਯਾਦ ਕਰਨਾ ਕਿ ਇਹ 1945 ਦੇ ਵਿੱਚ ਹੋਈ ਸੀ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੇ ਈਅਰ ਯਾਦ ਕਰ ਲੈਣਾ, ਠੀਕ ਆ। ਕਈ ਵਾਰ ਡੇਟ ਵਾਈਜ਼ ਉਹ ਪੁੱਛ ਲੈਂਦੇ ਹੁੰਦੇ ਕਿ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਤੁਸੀਂ ਦੱਸੋ ਇਹਨੂੰ, ਠੀਕ ਆ। ਸੋ ਵਾਇਸਰੋਏ ਨੇ ਕੀ ਕੀਤਾ, ਕਹਿੰਦਾ ਭਾਰਤ ਦੇ ਜਿਹੜੇ ਸਟੇਲਮੈਂਟ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਵੈਵਲ ਪਲਾਨ ਦੀਆਂ ਹੁਣ ਸਕੀਮਾਂ ਕੀ ਸੀ, ਹੁਣ ਆਪਾਂ ਇਹਨੂੰ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਕਹਿੰਦਾ ਜੀ ਇੱਕ ਨਵਾਂ ਸੰਵਿਧਾਨ ਬਣਨ ਤੱਕ ਗਵਰਨਰ ਜਨਰਲ ਦੀ ਕਾਰਜਕਾਰੀ ਪਰਿਸ਼ਦ ਦਾ ਸੁਧਾਰ ਕੀਤਾ ਜਾਵੇ। ਸਾਰਿਆਂ ਤੋਂ ਪਹਿਲਾਂ ਕਿ ਜਦੋਂ ਤੱਕ ਆਪਣੇ ਭਾਰਤ ਦਾ ਗਵਰਨਰ ਆਪਣਾ ਨਵਾਂ ਸੰਵਿਧਾਨ ਨਹੀਂ ਬਣਦਾ ਤਾਂ ਗਵਰਨਰ ਜਨਰਲ ਦੀ ਕਾਰਜਕਾਰੀ ਆ ਉਹਦਾ ਸੁਧਾਰ ਹੋਵੇ। ਫਿਰ ਉਹ ਕਹਿੰਦਾ ਜੀ ਗਵਰਨਰ ਜਨਰਲ ਦੇ ਅਤੇ ਕਮਾਂਡਰ ਇਨ ਚੀਫ ਦੀ ਉਮੀਦ ਨਾਲ ਕਾਰਜਕਾਰੀ ਪਰਿਸ਼ਦ ਦੇ ਹੋਰ ਸਾਰੇ ਮੈਂਬਰ ਭਾਰਤੀ ਨੇਤਾਵਾਂ ਦੇ ਵਿੱਚੋਂ ਨੋਮੀਨੇਟ ਕੀਤੇ ਜਾਣਗੇ, ਠੀਕ ਹੈ ਜੀ। ਸੋ ਇੱਕ ਪੁਆਇੰਟ ਇਹਨਾਂ ਦਾ ਇਹ ਬਣ ਗਿਆ। ਦੂਜਾ ਇਹ ਕਹਿੰਦੇ ਸੀਗੇ, ਇਹ ਕਹਿੰਦੇ ਜੀ ਮੁੱਖ ਭਾਈਚਾਰਿਆਂ ਦੀ ਸੰਤੁਲਿਤ ਪ੍ਰਤੀਨਿਧਤਾ ਹੋਵੇਗੀ, ਜਿਹਦੇ ਵਿੱਚ ਕਿ ਮੁਸਲਮਾਨ ਅਤੇ ਹਿੰਦੂ ਜਾਤੀ ਦੇ ਬਰਾਬਰ ਅਨੁਪਾਤ ਸ਼ਾਮਲ ਹੋਣਗੇ। ਦੇਖੋ ਮੁਸਲਮਾਨ ਦੇ ਵੀ ਬਰਾਬਰ ਰੇਸ਼ੀਓ ਜਿਹੜਾ ਪ੍ਰੋਪੋਰਸ਼ਨਲ ਹੋਏਗਾ, ਇਕੁਅਲ ਹੋਏਗਾ ਮੁਸਲਮਾਨ ਤੇ ਹਿੰਦੂ ਕਾਸਟ ਦਾ। ਸੋ ਇਹ ਜ਼ਿਆਦਾਤਰ ਇਹ ਅਲੱਗ ਹੀ ਕਰਨਾ ਚਾਹੁੰਦੇ ਸੀਗੇ ਆਪਾਂ ਨੂੰ। ਹੁਣ ਕੀ ਹੋਇਆ ਜੀ ਅੱਗੇ, ਸ਼ਿਮਲਾ ਕਾਨਫਰੰਸ ਉਸ ਤੋਂ ਬਾਅਦ ਹੋਈ ਜੀ 1945 'ਚ। ਹੁਣ ਉਪਰੋਕਤ ਤਜਵੀਜ਼ਾਂ ਦੇ ਆਧਾਰ ਤੇ ਫਿਰ ਨਾ ਵਾਇਸਰੋਏ ਨੇ ਕੀ ਕੀਤਾ ਜੀ, ਸ਼ਿਮਲਾ ਦੇ ਵਿੱਚ ਉਹ ਕਹਿੰਦੇ ਜੀ ਇੱਕ ਕਾਂਗਰਸ ਬੁਲਾਈ ਜਾਵੇ ਵੈਵਲ ਪਲਾਨ ਤੋਂ ਬਾਅਦ, ਜਿਹਦੇ ਵਿੱਚ ਨਾ ਵੱਖ-ਵੱਖ ਜਿਹੜੇ ਜਿੰਨੀਆਂ ਵੀ ਰਾਜਨੇਤਾਵਾਂ ਸੀਗੀਆਂ, ਚਾਹੇ ਉਹ ਮੁਸਲਿਮ ਲੀਗ ਸੀ, ਚਾਹੇ ਉਹ ਗਾਂਧੀ ਜੀ ਸੀ, ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਸੀ ਉਸ ਦੇ 21 ਜਿਹੜੇ ਲੀਡਰ ਸੀ ਉਹਨਾਂ ਨੂੰ ਸੱਦਿਆ। ਉਹਨਾਂ ਨੂੰ ਕਹਿੰਦੇ ਜੀ ਉਹਨਾਂ ਦੇ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਵੀ ਸ਼ਾਮਲ ਸੀ, ਜੋ ਉਸ ਸਮੇਂ ਕਾਂਗਰਸ ਦੇ ਪ੍ਰਧਾਨ ਸੀ ਉਸ ਟਾਈਮ ਦੇ ਉੱਤੇ, ਠੀਕ ਹੈ ਜੀ। ਸੋ ਕਾਨਫਰੰਸ ਵਿੱਚ ਮੁਹੰਮਦ ਅਲੀ ਜਿਨਾ ਵੀ ਪਹੁੰਚੇ ਸੀ, ਠੀਕ ਹੈ। ਸੋ ਇਹ ਸਾਰਿਆਂ ਨਾਲ ਇਹਨਾਂ ਦੀ ਇੱਕ ਕਾਨਫਰੰਸ ਹੋਈ ਜਿਹਨੂੰ ਕਿ ਵਾਇਸਰੋਏ ਨੇ ਬੁਲਾਇਆ ਸੀ। ਉਸ ਤੋਂ ਬਾਅਦ ਕੀ ਹੋਇਆ, ਨੇਤਾਵਾਂ ਨੇ, ਇਹਨਾਂ ਜਿਹੜੇ ਲੀਡਰ ਸੀ ਇਹਨਾਂ ਨੇ ਕੀ ਕੀਤਾ ਜੀ, ਇਹ ਕਹਿੰਦੇ ਜੀ ਸਾਨੂੰ ਸਵੈ ਸ਼ਾਸਨ ਲਈ ਇੱਕ ਸੰਭਾਵੀ ਸਮਝੌਤਾ ਕੀਤਾ ਗਿਆ, ਮਤਲਬ ਪੱਕਾ ਨਹੀਂ ਸੀ, ਇੱਕ ਮਤਲਬ ਐਗਰੀਮੈਂਟ ਜਿਹਾ ਕੀਤਾ ਗਿਆ, ਜਿਹਦੇ ਵਿੱਚ ਉਹ ਕਹਿੰਦੇ ਜੀ ਮੁਸਲਮਾਨਾਂ ਨੂੰ ਵੱਖਰੀ ਪ੍ਰਤੀਨਿਧਤਾ ਪ੍ਰਦਾਨ ਕੀਤੀ ਅਤੇ ਉਹਨਾਂ ਦੇ ਬਹੁਗਿਣਤੀ ਖੇਤਰਾਂ ਵਿੱਚ ਦੋਵਾਂ ਭਾਈਚਾਰਿਆਂ ਲਈ ਬਹੁਮਤ ਸ਼ਕਤੀਆਂ ਨੂੰ ਘਟਾ ਦਿੱਤਾ ਗਿਆ, ਠੀਕ ਹੈ ਜੀ। ਸੋ ਇਹਨਾਂ ਦੇ ਵਿੱਚ ਦੂਜੀ ਜਿਹੜੀ ਇੱਕ ਹੋਰ ਹੋਈ ਸੀ, ਉਹ ਕਹਿੰਦੇ ਜੀ ਮੁਸਲਿਮ ਪ੍ਰਤੀਨਿਧੀ ਜਿਹੜੇ ਸੀਗੇ, ਠੀਕ ਆ, ਉਸ ਟਾਈਮ ਦੀ ਚੋਣ ਦੇ ਮੁੱਦੇ ਤੇ ਗੱਲਬਾਤ ਰੁਕ ਗਈ ਸੀ, ਜਿੰਨਾ ਕਹਿੰਦਾ ਜੀ ਕਿਸੇ ਵੀ ਗੈਰ ਲੀਗ ਮੁਸਲਮਾਨ ਨੂੰ ਕਾਰਜਕਾਰੀ ਕੌਂਸਲ ਵਿੱਚ ਪ੍ਰਤੀਨਿਧਤਾ ਨਹੀਂ ਕਰਨੀ ਪਵੇਗੀ, ਕਿਉਂਕਿ ਸਿਰਫ ਮੁਸਲਿਮ ਲੀਗ ਨੂੰ ਹੀ ਭਾਰਤ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਹੈ। ਮਤਲਬ ਇਹ ਇਹੀ ਚਾਹੁੰਦਾ ਸੀ ਜਿਹੜਾ ਮੁਹੰਮਦ ਅਲੀ ਜਿਨਾ ਸੀ, ਉਹ ਕਹਿੰਦਾ ਵੀ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂਗਾ, ਤੁਹਾਡੇ ਉਹਦੇ ਤੱਕ ਕੋਈ ਮਤਲਬ ਨਹੀਂ, ਸਾਨੂੰ ਜਿਹੜਾ ਮੁਸਲਿਮ ਲੀਗ ਵਾ ਜਿਹੜੀ ਸਾਡੀ ਜਿਹੜੇ ਭਾਰਤ ਦੇ ਵਿੱਚ ਜਿੰਨੇ ਵੀ ਮੁਸਲਮਾਨ ਨੇ, ਠੀਕ ਹੈ, ਉਹਨਾਂ ਸਾਰਿਆਂ ਦੀ ਨੁਮਾਇੰਦਗੀ ਦਾ ਹੱਕ ਸਿਰਫ ਇੱਕ ਮੁਸਲਿਮ ਲੀਗ ਨੂੰ ਜਾਂ ਸਾਡੇ ਇੱਕ ਮੁਸਲਮਾਨ ਕਮਿਊਨਿਟੀ ਨੂੰ ਹੀ ਹੈਗਾ ਵਾ, ਠੀਕ ਹੈ ਜੀ। ਸੋ ਉਹਨਾਂ ਨੇ ਕਿਹਾ ਵੀ ਸਾਨੂੰ ਕਾਂਗਰਸ ਨਾਲ ਜਾਂ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਠੀਕ ਹੈ ਜੀ। ਇਸ ਲਈ ਕਿਹਾ ਗਿਆ ਕਿ ਕਾਂਗਰਸ ਨੂੰ ਕਾਰਜਕਾਰੀ ਕੌਂਸਲ ਵਿੱਚ ਕਿਸੇ ਵੀ ਮੁਸਲਮਾਨ ਨੂੰ ਮਤਲਬ ਜਦੋਂ ਆਪਾਂ ਪਹਿਲਾਂ ਗਿਆ ਸੀ ਨਾ, ਉਹਦੇ ਵਿੱਚ ਪੜ੍ਹਿਆ ਸੀ ਕਿ ਮੁਸਲਮਾਨਾਂ ਨੂੰ ਨੋਮੀਨੇਟ ਕੀਤਾ ਜਾਵੇਗਾ ਜਿਹੜੀ ਕਾਰਜਕਾਰੀ ਕੌਂਸਲ ਹੋਏਗੀ, ਬਟ ਉਹਦੇ ਵਿੱਚ ਉਹ ਕਹਿੰਦੇ ਵੀ ਮੁਹੰਮਦ ਅਲੀ ਜਿਨ੍ਹਾਂ ਨੇ ਇਹਨੂੰ ਠਕਰਾਤਾ, ਉਹ ਕਹਿੰਦਾ ਵੀ ਇਹਦੇ ਵਿੱਚ ਸਾਨੂੰ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਗਾ, ਅਸੀਂ ਮੁਸਲਮਾਨ ਕਮਿਊਨਿਟੀ ਲਈ ਅਸੀਂ ਸਾਰੇ ਫੈਸਲੇ ਆਪ ਲਵਾਂਗੇ, ਠੀਕ ਹੈ ਜੀ। ਹੁਣ ਜੀ ਵੈਵਲ ਨੇ ਕੀ ਕੀਤਾ ਜੀ, 14 ਦਿਨਾਂ ਦੀ ਕਾਰਜਕਾਰਨੀ ਪਰਿਸ਼ਦ ਵਿੱਚ 6 ਮੁਸਲਮਾਨਾਂ ਨੂੰ ਥਾਂ ਦਿੱਤਾ ਇਹਨਾਂ ਨੇ। ਬ੍ਰਿਟਿਸ਼ ਨੇ ਇਸ ਨੂੰ ਕਿਸੇ ਵੀ ਸੰਵਿਧਾਨਕ ਪ੍ਰਸਤਾਵ ਲਈ ਵੀਟੋ ਦੀ ਸ਼ਕਤੀ ਦਿੱਤੀ ਸੀ ਜੋ ਉਹਦੇ ਹਿੱਤ 'ਚ ਨਹੀਂ ਸੀ, ਪਰ ਮੁਸਲਮਾਨ ਭਾਰਤੀ ਆਬਾਦੀ ਦਾ ਸਿਰਫ 25% ਸੀ ਉਸ ਟਾਈਮ ਦਿੱਤੇ। ਸੋ ਇਹਦੇ ਕਰਕੇ ਕਾਂਗਰਸ ਵੱਲੋਂ ਇਹ ਗੈਰ ਵਾਜਬ ਬੰਦਾ, ਕਾਂਗਰਸ ਨੇ ਇਹ ਬੰਦਾ ਰੱਦ ਕਰ ਦਿੱਤੀਆਂ ਕਿ ਮੁਸਲਮਾਨਾਂ ਨੂੰ ਅਸੀਂ ਅਲੱਗ ਤੋਂ ਇੱਦਾਂ ਨਹੀਂ ਦੇਵਾਂਗੇ। ਫਿਰ ਉਸ ਤੋਂ ਬਾਅਦ ਮੁਸਲਿਮ ਲੀਗ ਨੇ ਫਿਰ ਵੀ ਇਹ ਆਪਦਾ ਹੌਸਲਾ ਨਹੀਂ ਛੱਡਿਆ, ਇਹਨਾਂ ਨੇ ਵੈਵਲ ਦਾ ਪਲਾਨ ਛੱਡਤਾ। ਉਸ ਤੋਂ ਬਾਅਦ ਸ਼ਿਮਲਾ ਕਾਨਫਰੰਸ ਵੀ ਅਸਫਲ ਹੋ ਗਈ। ਸੋ ਇਹ ਵੀ ਸਾਰਾ ਕੁਝ ਅਸਫਲ
ਹੋ ਰਿਹਾ ਸੀ। ਸੋ ਇਹ ਸਾਰਾ ਕੁਛ ਤਾਲੁਕ ਇਹਦੇ ਲਈ ਉਹ ਕਰ ਰਿਹਾ ਸੀ ਕਿ ਜਿਹੜਾ ਭਾਰਤ ਦਾ ਸੰਵਿਧਾਨ ਬਣਨਾ ਜਾਂ ਜਦੋਂ ਭਾਰਤ ਦੀ ਆਜ਼ਾਦੀ ਬਣਨੀ ਆ ਉਹਦੇ ਲਈ ਕਿਸ ਤਰ੍ਹਾਂ ਨਾਲ ਇਹਦਾ ਪ੍ਰੋਸੈਸ ਚੱਲੇ। ਸੋ ਇਹ ਸਾਰੇ ਜਿੰਨੇ ਵੀ ਪਲਾਨ ਬਣ ਰਹੇ ਸੀ ਸਾਰੇ ਅਸਫਲ ਹੋ ਰਹੇ ਸੀ। ਫਿਰ ਜੀ 1946 ਦੇ ਵਿੱਚ ਕੀ ਹੋਇਆ ਜੀ, 1946 ਈਸਵੀ ਤੱਕ ਆਉਂਦੇ ਆਉਂਦੇ ਨਾ 1945 ਦੇ ਵਿੱਚ ਕੀ ਹੋਇਆ ਜੀ, ਜੁਲਾਈ 1945 ਦੇ ਵਿੱਚ ਸਰਕਾਰ ਚੇਂਜ ਹੋਈ ਬ੍ਰਿਟਿਸ਼ ਇੰਗਲੈਂਡ ਦੇ ਵਿੱਚ, ਠੀਕ ਹੈ ਜੀ। ਉਹਦੇ ਵਿੱਚ ਲੇਬਰ ਪਾਰਟੀ ਨੇ ਸਰਕਾਰ ਬਣਾਈ, ਠੀਕ ਹੈ ਜੀ। ਉਸ ਟਾਈਮ ਦੇ ਉੱਤੇ ਨਾ ਕਲੇਮੈਂਟ ਐਟਲੀ ਸੀਗੇ, ਠੀਕ ਹੈ ਜੀ, ਕਲੇਮੈਂਟ ਐਟਲੀ, ਠੀਕ ਹੈ ਜੀ। ਸੋ ਇਹ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਤੇ ਪੈਥਿਕ ਲਾਰੈਂਸ ਜਿਹੜੇ ਸੀਗੇ ਉਹ ਸੈਕਟਰੀ ਆਫ ਦਾ ਸਟੇਟ ਚੁਣੇ ਗਏ ਸੀ ਉਸ ਟਾਈਮ ਦੇ ਉੱਤੇ, ਠੀਕ ਹੈ ਜੀ, ਬ੍ਰਿਟਿਸ਼ਰ। ਸੋ ਉਹਨਾਂ ਨੇ ਕੀ ਕੀਤਾ ਜੀ, 1945 ਦੇ ਵਿੱਚ ਕੇਂਦਰ ਅਤੇ ਸੂਬਾਈ ਅਸੈਂਬਲੀ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ, ਠੀਕ ਆ। ਹੁਣ ਸਿੰਪਲ ਇਹਦੇ ਵਿੱਚ ਗੱਲ ਇਹੀ ਆ ਕਿ ਇਹ ਜਿਹੜਾ ਕੈਬਨਿਟ ਮਿਸ਼ਨ ਪਲਾਨ ਆਇਆ ਸੀ ਨਾ, ਇਸ ਤੋਂ ਬਾਅਦ ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਬਣਿਆ ਸੀ, ਇਸ ਤੋਂ ਬਾਅਦ ਹੀ ਇੱਕ ਚੋਣਾਂ ਹੋਈਆਂ ਸੀ, ਉਸ ਤੋਂ ਬਾਅਦ ਹੀ ਆਪਣਾ ਭਾਰਤ ਦਾ ਸੰਵਿਧਾਨ ਤਿਆਰ ਹੋਇਆ ਸੀ, ਜਿਹੜੇ ਮੈਂਬਰ ਆਪਣੇ ਕਾਂਗਰਸ ਦੇ ਮੈਂਬਰਾਂ ਨੇ ਮਿਲ ਕੇ ਤਿਆਰ ਕੀਤਾ ਸੀ, ਠੀਕ ਹੈ ਜੀ। ਸੋ ਅੱਗੇ ਆਪਾਂ ਕਰਾਂਗੇ। ਸੋ ਹੁਣ ਕੀ ਹੋਇਆ ਜੀ, ਹੁਣ ਇਹਦੇ ਵਿੱਚ ਨਾ ਸਤੰਬਰ 1945 'ਚ ਐਟਲੀ ਕਹਿੰਦਾ ਜੀ ਇਤਿਹਾਸਕ ਘੋਸ਼ਣਾ ਕਰਤੀ ਕਿ ਸਵੈ ਨਿਰਣੈ ਦੇ ਅਧਿਕਾਰ ਅਤੇ ਭਾਰਤ ਲਈ ਇੱਕ ਸੰਵਿਧਾਨ ਘੜਨ ਨੂੰ ਸਵੀਕਾਰ ਕੀਤਾ ਗਿਆ ਸੀ, ਠੀਕ। ਸੋ ਇਹ ਵੀ ਆਪਣਾ ਹੋ ਗਿਆ ਸੀਗਾ ਵੀ ਕਿ ਤੁਸੀਂ ਆਪਦਾ ਸੰਵਿਧਾਨ ਬਣਾ ਸਕਦੇ ਹੋ। ਹੁਣ ਜੀ ਕੈਬਨਿਟ ਮਿਸ਼ਨ ਪਲਾਨ ਫਰਵਰੀ 1900, ਬਹੁਤ ਇੰਪੋਰਟੈਂਟ ਡੇਟ ਆ ਜਿਹੜੀ ਰੈੱਡ ਮਾਰਕ ਕੀਤੀ ਆ। ਕੈਬਨਿਟ ਮਿਸ਼ਨ ਕਦੋਂ ਆਇਆ ਸੀਗਾ ਆਪਣੇ ਭਾਰਤ ਦੇ ਵਿੱਚ, ਫਰਵਰੀ 1946 ਦੇ ਵਿੱਚ ਆਇਆ, ਬ੍ਰਿਟਿਸ਼ ਸਰਕਾਰ ਨੇ ਭੇਜਿਆ ਤੇ ਉਹਦੇ ਵਿੱਚ ਤੁਸੀਂ 3 ਮੈਂਬਰ ਸੀਗੇ। ਇਹ ਤਿੰਨੇ ਮੈਂਬਰਾਂ ਦੇ ਨਾਮ ਤੁਸੀਂ ਯਾਦ ਕਰਨੇ ਆ। ਇੱਕ ਤਾਂ ਪੈਥਿਕ ਲਾਰੈਂਸ ਸੀਗੇ, ਇੱਕ ਸਰ ਸਟੈਫੋਰਡ ਕ੍ਰਿਪਸ ਸੀਗੇ ਤੇ ਏਵੀ ਅਲੈਗਜ਼ੈਂਡਰ ਸੀਗੇ। ਹੁਣ ਪੈਥਿਕ ਲਾਰੈਂਸ ਆਪਾਂ ਪਹਿਲਾਂ ਹੀ ਪੜ੍ਹ ਲਿਆ ਕਿ ਉਹ ਸੈਕਟਰੀ ਆਫ ਸਟੇਟ ਸੀਗੇ, ਠੀਕ ਆ ਜੀ। ਜੋ ਸਰ ਸਟੈਫੋਰਡ ਕ੍ਰਿਪਸ ਸੀ, ਜੋ ਕਿ ਕ੍ਰਿਪਸ ਮਿਸ਼ਨ ਆਇਆ ਸੀ 1942 ਦੇ ਵਿੱਚ, ਉਹਦੇ ਮੈਂਬਰ ਸੀਗੇ, ਠੀਕ ਆ, ਉਹਦੇ ਹੈੱਡ ਸੀਗੇ ਉਸ ਟਾਈਮ ਦੇ ਉੱਤੇ। ਇੱਕ ਹੋਰ ਨਾਲ ਏਵੀ ਅਲੈਗਜ਼ੈਂਡਰ ਸੀਗੇ। ਇਹ 3 ਲੋਕਾਂ ਨੂੰ ਇਹਨਾਂ ਨੂੰ ਭੇਜੇ, ਤਿੰਨਾਂ ਦੇ ਨਾਮ ਤੁਸੀਂ ਯਾਦ ਕਰਨੇ ਆ, ਪੇਪਰ ਦੇ ਵਿੱਚ ਇਹ ਨਾਮ ਆ ਸਕਦੇ ਨੇ, ਠੀਕ ਹੈ ਜੀ। ਸੋ ਇਹਨੂੰ ਕੈਬਨਿਟ ਮਿਸ਼ਨ ਵਜੋਂ ਜਾਣਿਆ ਜਾਂਦਾ ਵਾ। ਨੈਕਸਟ ਆਪਾਂ ਕਰਾਂਗੇ ਜੀ। ਹਾਂਜੀ, ਜਦੋਂ ਫਰਵਰੀ ਦੇ ਵਿੱਚ ਇਹ ਆ ਗਿਆ ਤਾਂ ਕੈਬਨਿਟ ਮਿਸ਼ਨ ਨੇ ਕੀ ਕੀਤਾ ਜੀ, ਕਹਿੰਦਾ ਯੂਨੀਅਨ ਆਫ ਇੰਡੀਆ ਦਾ ਤੁਸੀਂ ਗਠਨ ਕਰ ਸਕਦੇ ਹੋ, ਜਿਹਦੇ ਵਿੱਚ ਕਿ ਬ੍ਰਿਟਿਸ਼ ਭਾਰਤ ਅਤੇ ਰਿਆਸਤਾਂ ਦੋਵੇਂ ਸ਼ਾਮਲ ਹੋਣਗੀਆਂ। ਜਾਣੀ ਕਿ ਬ੍ਰਿਟਿਸ਼ ਇੰਡੀਆ ਦੇ ਅੰਡਰ ਸੀ ਉਸ ਟਾਈਮ ਦੇ ਉੱਤੇ ਭਾਰਤ, ਤਾਂ ਕਰਕੇ ਉਹਨੂੰ ਆਪਾਂ ਉਦੋਂ ਤੱਕ ਬ੍ਰਿਟਿਸ਼ ਇੰਡੀਆ ਹੀ ਕਹਿੰਦੇ ਆ। ਸੋ ਉਹਦੇ ਨਾਲ ਪ੍ਰਿੰਸਲੀ ਸਟੇਟਸ ਜਿਹੜੀਆਂ ਸੀਗੀਆਂ, ਜਿਹੜੀਆਂ ਰਾਜੇ ਮਹਾਰਾਜੇ ਦੀਆਂ ਜਿਹੜੀਆਂ ਸਟੇਟਸ ਸੀਗੀਆਂ, ਠੀਕ ਆ, ਸੋ ਉਹ ਵੀ ਦੋਵੇਂ ਸ਼ਾਮਲ ਹੋਣਗੀਆਂ ਇਹਦੇ 'ਚ। ਹੁਣ ਕੀ ਹੋਇਆ ਜੀ, ਯੂਨੀਅਨ ਕੇਵਲ ਵਿਦੇਸ਼ੀ ਮਾਮਲਿਆਂ, ਜਿਹੜੀ ਮਤਲਬ ਕਿ ਯੂਨੀਅਨ ਵਿਦੇਸ਼ੀ ਮਾਮਲਾ, ਰੱਖਿਆ ਅਤੇ ਸੰਚਾਰ ਦੀ ਇੰਚਾਰਜ ਰਹੇਗੀ ਤੇ ਬਾਕੀ ਜਿਹੜੀਆਂ ਬਚੀਆਂ ਸ਼ਕਤੀਆਂ ਜੋ ਸੀਗੀਆਂ ਉਹ ਸੂਬਿਆਂ ਨੂੰ ਸੌਂਪੀਆਂ ਜਾਣਗੀਆਂ। ਜਾਣੀ ਇਹਨਾਂ ਨੇ ਇਹਦੇ ਹਿਸਾਬ ਦੇ ਨਾਲ ਤਿਆਰ ਕਰਵਾਇਆ ਸੀਗਾ। ਹਾਂਜੀ, ਪ੍ਰਾਂਤਾਂ ਦੇ ਜਿਹੜੇ 3 ਸਮੂਹਾਂ ਲਈ ਆਪਣੇ ਵੱਖਰੇ ਸੰਵਿਧਾਨ ਰੱਖਣ ਦੀ ਵਿਵਸਥਾ ਵੀ ਕੀਤੀ ਗਈ ਸੀ। ਜਿਵੇਂ ਮੰਨ ਲਓ ਕਿ ਇੱਕ ਹੋ ਗਿਆ, ਮੰਨ ਲਓ ਇੰਡੀਆ ਦਾ ਹੋ ਗਿਆ, ਠੀਕ ਹੈ, ਇੱਕ ਪਾਕਿਸਤਾਨ ਵੀ ਬਣ ਸਕਦਾ ਵਾ। ਸੋ ਇੱਕ ਤੀਜੇ ਨੰਬਰ 'ਤੇ ਤਾਂ ਪ੍ਰਿੰਸਲੀ ਸਟੇਟ ਹੋ ਗਈ, ਠੀਕ ਹੈ ਜੀ। ਸੋ ਇਹ ਵੀ ਇਹਦੇ ਵਿੱਚ ਰੱਖਿਆ ਗਿਆ ਸੀ, ਵਿਵਸਥਾ ਕੀਤੀ ਗਈ ਸੀ। ਪਰ ਇੱਕ ਜਿਹੜੀ ਅੰਤਰਿਮ ਸਰਕਾਰ ਦੀ ਜਦੋਂ ਸਥਾਪਨਾ ਹੋਈ ਨਾ ਉਸ ਟਾਈਮ ਦੇ ਉੱਤੇ, ਕਿਉਂਕਿ ਉਸ ਟਾਈਮ ਦੇ ਉੱਤੇ ਜ਼ਿਆਦਾ ਆਜ਼ਾਦੀ ਦਾ ਪੂਰਾ ਉਹ ਨਹੀਂ ਸੀਗਾ, ਕਿਉਂਕਿ ਆਜ਼ਾਦੀ ਦਾ ਜੋ ਆਪਣਾ ਸੀ ਉਹ 1947 ਦੇ ਵਿੱਚ ਜਦੋਂ ਮਾਊਂਟਬੈਟਨ ਪਲਾਨ ਆਇਆ ਸੀ, ਉਸ ਤੋਂ ਬਾਅਦ ਹੀ ਜੋ ਵੰਡ ਵਗੈਰਾ ਹੋਈ ਸੀ। ਸੋ ਉਹਨਾਂ ਨੇ ਕੀ ਕੀਤਾ ਜੀ, ਅੰਤਰਿਮ ਸਰਕਾਰ ਦੀ ਸਥਾਪਨਾ ਲਈ ਇੱਕ ਪ੍ਰਸਤਾਵ ਦੀ ਕਲਪਨਾ ਕੀਤੀ, ਜੋ ਸੰਵਿਧਾਨ ਦੁਆਰਾ ਬਣਾਏ ਗਏ ਨਵੇਂ ਸੰਵਿਧਾਨ ਦੇ ਆਧਾਰ ਤੇ ਨਵੀਂ ਸਰਕਾਰ ਦੀ ਚੋਣ ਤੱਕ ਅਹੁਦੇ ਤੇ ਰਹੇਗੀ। ਮਤਲਬ ਇਹੀ ਆ ਕਿ ਇੱਕ ਤੁਸੀਂ ਬਣਾਵਾਂਗੇ, ਇੱਕ ਕਲਪਨਾ ਕੀਤੀ ਕਿ ਇਹ ਵਾਲੀ ਜਿਹੜੀ 1946 ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ ਉਹਦੇ ਤਹਿਤ ਜਿਹੜੀ ਸਰਕਾਰ ਬਣੂਗੀ ਉਹ ਜਦੋਂ ਤੱਕ ਕਿ ਨਵਾਂ ਤੁਹਾਡਾ ਸੰਵਿਧਾਨ ਨਹੀਂ ਬਣ ਜਾਊਗਾ, ਠੀਕ ਆ, ਨਵਾਂ ਸੰਵਿਧਾਨ ਨਹੀਂ ਬਣਨਾ, ਉਦੋਂ ਤੱਕ ਨਵੀਂ ਸਰਕਾਰ ਨਹੀਂ ਚੁਣੀ ਜਾਊਗੀ, ਉਦੋਂ ਤੱਕ ਉਹ ਅਹੁਦੇ ਦੇ ਉੱਤੇ ਰਹੂਗੀ, ਠੀਕ ਆ। ਸੋ ਮੁਸਲਿਮ ਲੀਗ ਅਤੇ ਕਾਂਗਰਸ ਦੋਵਾਂ ਨੇ ਸ਼ੁਰੂ ਵਿੱਚ ਤਾਂ ਯੋਜਨਾ ਨੂੰ ਸਵੀਕਾਰ ਕਰ ਲਿਆ, ਪਰ ਬਾਅਦ ਵਿੱਚ ਮੁਸਲਿਮ ਲੀਗ ਜਿਹੜੀ ਸੀਗੀ, ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਜਦੋਂ ਇਲੈਕਸ਼ਨਸ ਵਗੈਰਾ ਹੋ ਗਏ, ਬਾਅਦ ਚੋਂ ਇਹਨਾਂ ਨੇ ਬਾਈਕਾਟ ਕਰਤਾ ਸੀ ਇਹਦਾ, ਠੀਕ ਹੈ ਜੀ। ਸੋ ਫਿਰ ਕੀ ਹੋਇਆ ਜੀ, ਇਲੈਕਸ਼ਨ ਹੋਏ ਜੀ 1946 ਦੇ ਵਿੱਚ, ਸਾਰਿਆਂ ਤੋਂ ਪਹਿਲਾਂ ਇਲੈਕਸ਼ਨ ਹੋਏ। ਜੁਲਾਈ 1946 ਦੇ ਵਿੱਚ ਸੰਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਕੁੱਲ ਜੀ 399 ਸੀਟਾਂ ਸੀਗੀਆਂ, ਜਿਹਦੇ ਵਿੱਚ ਕਿ 296 ਬ੍ਰਿਟਿਸ਼ ਭਾਰਤ ਦੀਆਂ ਸੀਟਾਂ ਸੀ ਤੇ 93 ਸੀਟਾਂ ਪ੍ਰਿੰਸਲੀ ਸਟੇਟ ਦੀਆਂ ਸੀ। ਕਾਂਗਰਸ ਨੇ ਕੀ ਕੀਤਾ ਜੀ, 208 ਸੀਟਾਂ ਕਾਂਗਰਸ ਜਿੱਤ ਗਈ ਉਸ 'ਚ, ਮੁਸਲਿਮ ਲੀਗ 73 ਜਿੱਤੀ, ਜਿਹੜੇ ਇੰਡੀਪੈਂਡੈਂਟ ਸੀਗੇ ਉਹ ਆਪਣੇ 15 ਸੀਟਾਂ ਜਿੱਤ ਗਏ। ਤਾਂ ਕਾਂਗਰਸ ਜਿੱਤ ਗਈ ਤਾਂ ਜਵਾਹਰ ਲਾਲ ਦੀ ਪ੍ਰਧਾਨਗੀ ਦੇ ਵਿੱਚ ਸਰਕਾਰ ਬਣ ਗਈ ਇਹਨਾਂ ਦੀ, ਠੀਕ ਹੈ ਜੀ। ਉਸ ਟਾਈਮ ਦੇ ਕੌਂਸਟੀਟਿਊਸ਼ਨ ਅਸੈਂਬਲੀ ਗਠਿਤ ਹੋ ਗਈ, ਮਤਲਬ ਸਰਕਾਰ ਨੇ ਕਹਿੰਦਾ ਆਪਾਂ ਕੌਂਸਟੀਟਿਊਸ਼ਨ ਅਸੈਂਬਲੀ ਗਠਿਤ ਹੋ ਗਈ, ਠੀਕ ਹੈ ਜੀ। ਹੁਣ ਕੀ ਹੋਇਆ ਜੀ, ਇਹ ਦੱਸਣਾ ਜ਼ਰੂਰੀ ਹੈ ਕਿ ਮੁਹੰਮਦ ਅਲੀ ਜਿਨ੍ਹਾਂ ਦੀ ਅਗਵਾਈ ਵਾਲੀ ਜਿਹੜੀ ਮੁਸਲਿਮ ਲੀਗ ਸੀ, ਇਹਨੇ ਕੈਬਨਿਟ ਮਿਸ਼ਨ ਵੱਲੋਂ ਜਿਹੜਾ ਕੈਬਨਿਟ ਮਿਸ਼ਨ ਆਇਆ ਸੀ ਵੱਲੋਂ ਪਾਕਿਸਤਾਨ ਦੇ ਵਿਚਾਰ ਨੂੰ ਰੱਦ ਤੋਂ ਬਾਅਦ, ਜਾਣੀ ਕਿ ਉਸ ਟਾਈਮ ਦੇ ਉੱਤੇ ਜਦੋਂ ਕੈਬਨਿਟ ਮਿਸ਼ਨ ਆਇਆ ਸੀ, ਇਹਨਾਂ ਨੇ ਜੋ ਮੁਸਲਿਮ ਲੀਗ ਨੇ ਮੰਗ ਬਾਰ-ਬਾਰ ਕਰਦਾ ਆ ਰਿਹਾ ਸੀ 1940 ਤੋਂ ਬਾਅਦ ਕਿ ਸਾਨੂੰ ਪਾਕਿਸਤਾਨ ਚਾਹੀਦਾ, ਪਾਕਿਸਤਾਨ ਰੈਜ਼ੋਲੂਸ਼ਨ ਦਾ ਮਤਾ ਸੀ। ਇਹਦੇ ਵਿੱਚ ਜਦੋਂ ਇਹਨਾਂ ਦੀਆਂ ਮੀਟਿੰਗਸ ਵਗੈਰਾ ਹੋਈਆਂ ਸੀ, ਕੈਬਨਿਟ ਮਿਸ਼ਨ ਨੇ ਇਹਨੂੰ ਰੱਦ ਕਰਤਾ ਸੀ, ਠੀਕ ਹੈ। ਸੋ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਸੰਵਿਧਾਨ ਸਭਾ ਜਦੋਂ ਬਣੀ ਉਸ ਤੋਂ ਬਾਅਦ, ਠੀਕ ਆ, ਤਾਂ ਇਹਨਾਂ ਨੇ ਸੰਵਿਧਾਨ ਸਭਾ ਦਾ ਬਾਈਕਾਟ ਕਰਤਾ। ਇਹ ਕਹਿੰਦੇ ਵੀ ਸਾਨੂੰ ਆਪਦਾ ਪਾਕਿਸਤਾਨ ਚਾਹੀਦਾ ਹੀ ਚਾਹੀਦਾ। ਤਾਂ ਇਹੀ ਚੀਜ਼ ਦਾ ਬ੍ਰਿਟਿਸ਼ਰ ਚਾਹੁੰਦੇ ਸੀ। ਇਹਨਾਂ ਨੇ ਕੀ ਕੀਤਾ ਜੀ, ਮੁਸਲਿਮ ਲੀਗ ਦੇ ਨੇਤਾਵਾਂ ਦੁਆਰਾ ਉਸ ਟਾਈਮ ਦੇ ਉੱਤੇ ਨਾ ਡਾਇਰੈਕਟ ਐਕਸ਼ਨ ਕੈਂਪੇਨ ਹੋਈ, ਜਿਹਦਾ ਸੱਦਾ ਦਿੱਤਾ ਸੀ ਮੁਹੰਮਦ ਅਲੀ ਜਿਨ੍ਹਾਂ ਨੇ,
ਕਿਉਂਕਿ ਮੁਹੰਮਦ ਅਲੀ ਜਿਨਾ ਉਸ ਸਮੇਂ ਮੁਸਲਿਮ ਲੀਗ ਦਾ ਪ੍ਰਧਾਨ ਸੀਗਾ, ਤਾਂ ਉਹਨੇ ਸਿੱਧੀ ਕਾਰਵਾਈ ਦੇ ਆਦੇਸ਼ ਦਿੱਤੇ ਜਿਹਦੇ ਤੇ ਕਾਂਗਰਸ ਲੀਡਰਸ਼ਿਪ ਦੀ ਜਿਹੜੀ ਹਿੰਸਾ ਜਿਹੜੀ ਹੋ ਰਹੀ ਸੀ, ਜਿਹੜੀ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਨਾਲ ਹਿੰਸਾ ਕਰ ਰਿਹਾ, ਉਹਨੂੰ ਰੋਕਣ ਦਾ ਵੀ ਐਲਾਨ ਕੀਤਾ। ਇਹਦੇ 'ਚ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਜਾਨਾਂ ਗਈਆਂ ਸੀ, ਠੀਕ ਹੈ। ਡਾਇਰੈਕਟ ਐਕਸ਼ਨ ਕੈਂਪੇਨ ਕਹਿ ਦਿੰਦੇ ਆ। ਸੋ ਅਗਰ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਵੇ ਕਿ 1900 ਆਪਣਾ ਡਾਇਰੈਕਟ ਐਕਸ਼ਨ ਕੈਂਪੇਨ ਕਦੋਂ ਹੋਇਆ ਸੀ ਮੁਹੰਮਦ ਅਲੀ ਜਿਨਾ ਨੇ, 1946 ਈਸਵੀ ਦੇ ਵਿੱਚ, ਠੀਕ ਹੈ ਜੀ। ਹੁਣ ਆਇਆ ਜੀ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ, ਮਾਊਂਟ ਬੈਟਨ ਪਲਾਨ 1947, ਜਿਹਦੇ ਤਹਿਤ ਆਪਾਂ ਨੂੰ ਆਜ਼ਾਦੀ ਮਿਲੀ ਸੀ। ਦੇਖੋ ਜੀ ਇਹਦੇ ਵਿੱਚ ਕੁਝ ਪੁਆਇੰਟ ਇਦਾਂ ਦੇ ਨੇ, ਮੈਂ ਰੈੱਡ ਕੀਤੇ ਹੋਏ ਨੇ, ਇਹਨਾਂ ਨੂੰ ਤੁਸੀਂ ਐਜ਼ ਇਟ ਯਾਦ ਕਰਨਾ ਵਾ। ਇਹ ਤੁਸੀਂ ਇਦਾਂ ਹੀ ਸਮਝ ਲਓ ਕਿ ਇਹਦੇ ਵਿੱਚੋਂ MCQ ਬਣਦਾ ਹੀ ਬਣਦਾ ਵਾ, ਇੱਕ ਕੁਐਸਚਨ ਪੱਕਾ ਬਣਦਾ ਇਸ ਪੁਆਇੰਟ ਦੇ ਵਿੱਚੋਂ, ਠੀਕ ਹੈ ਜੀ। ਹਾਂਜੀ, 20 ਫਰਵਰੀ 1947 ਨੂੰ ਕੀ ਕੀਤਾ, ਪ੍ਰਧਾਨ ਮੰਤਰੀ ਐਟਲੀ ਨੇ ਐਲਾਨ ਕਰਤਾ। ਉਹ ਕਹਿੰਦਾ ਜੀ ਜੂਨ 1948, ਜਦੋਂ ਉਹਨਾਂ ਨੇ 20 ਫਰਵਰੀ 1947 ਨੂੰ ਐਲਾਨ ਕੀਤਾ ਸੀ, ਉਸ ਟਾਈਮ ਦੇ ਉੱਤੇ ਬ੍ਰਿਟਿਸ਼ ਦਾ ਪ੍ਰਧਾਨ ਮੰਤਰੀ ਜਿਹੜਾ ਸੀਗਾ, ਬ੍ਰਿਟਿਸ਼ ਸਰਕਾਰ ਦਾ, ਠੀਕ ਹੈ ਜੀ, ਬ੍ਰਿਟਿਸ਼ ਸਰਕਾਰ ਜੋ ਆਪਣੀ ਇੰਗਲੈਂਡ ਦੇ ਵਿੱਚ ਸੀ, ਸੋ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ਜੀ, ਕਹਿੰਦਾ ਬ੍ਰਿਟਿਸ਼ ਸਰਕਾਰ 20 ਜੂਨ 1948 ਤੋਂ ਬਾਅਦ ਤੱਕ ਦੀ ਮਿਤੀ ਤੱਕ ਸੱਤਾ ਨੂੰ ਜ਼ਿੰਮੇਵਾਰ ਭਾਰਤੀ ਹੱਥਾਂ ਵਿੱਚ ਤਬਦੀਲ ਕਰਨ ਦੀ ਨਿਸ਼ਚਿਤ ਇਰਾਦਾ ਰਹਾ। ਮਤਲਬ ਫਰਵਰੀ ਦੇ ਵਿੱਚ ਇਹਨਾਂ ਨੇ ਘੋਸ਼ਣਾ ਕਰਤੀ ਸੀ ਕਿ ਜੂਨ 1948 ਵੱਧ ਤੋਂ ਵੱਧ ਅਸੀਂ ਉਦੋਂ ਤੱਕ ਅਸੀਂ ਪੂਰਾ ਇਹਨਾਂ ਨੂੰ ਸੌਂਪ ਕੇ, ਭਾਰਤੀਆਂ ਨੂੰ ਉਹਨਾਂ ਨੇ ਆਪਦਾ ਰਾਜ ਸੌਂਪ ਕੇ ਅਸੀਂ ਚਲੇ ਜਾਵਾਂਗੇ, ਮਤਲਬ ਆਜ਼ਾਦ ਕਰ ਦੇਵਾਂਗੇ। ਯਾਨੀ ਪਹਿਲਾਂ ਇਹਨਾਂ ਨੇ ਜੂਨ 1948 ਕਿਹਾ ਸੀ। ਫਿਰ ਜੀ ਸੱਤਾ ਦਾ ਤਬਾਦਲਾ ਹੋਇਆ ਜਦੋਂ, ਤਾਂ ਲਾਰਡ ਮਾਊਂਟ ਬੈਟਨ ਜਿਹੜੇ ਸੀ ਉਹਨੂੰ ਵਾਇਸਰਾਏ ਦੇ ਤੌਰ ਦੇ ਉੱਤੇ, ਮਾਊਂਟ ਬੈਟਨ ਉਸ ਟਾਈਮ ਤੇ ਤਾਂ ਵਾਇਸਰਾਏ ਘੋਸ਼ਿਤ ਕਰਤੇ ਉਹਨਾਂ ਨੇ, ਤਾਂ ਉਹਨਾਂ ਨੇ ਨਾ ਲੋੜੀਂਦੀਆਂ ਸ਼ਕਤੀਆਂ ਨਾਲ ਭਾਰਤ ਭੇਜਣ ਦਾ ਫੈਸਲਾ ਕੀਤਾ। ਜਾਨੀ ਕੁਛ ਉਹਨੂੰ ਹੋਰ ਸ਼ਕਤੀਆਂ ਦਿੱਤੀਆਂ ਗਈਆਂ। ਸ਼ਕਤੀਆਂ ਕੀ ਦਿੱਤੀਆਂ ਕਿ ਉਹਨਾਂ ਨੇ ਮਾਊਂਟ ਬੈਟਨ ਦੇ ਸੱਤਾ ਦੇ ਤਬਾਦਲੇ ਦੀ ਮਿਤੀ ਉਸ ਟਾਈਮ ਦਾ ਮਾਊਂਟ ਬੈਟਨ ਨੇ 15 ਅਗਸਤ 1947 ਘੋਸ਼ਿਤ ਕੀਤੀ ਸੀ, ਠੀਕ ਹੈ ਜੀ। ਇਹ 3 ਜੂਨ 1947 ਈਸਵੀ ਨੂੰ ਇਹਨਾਂ ਨੇ ਕਿਹਾ ਸੀਗਾ, ਠੀਕ ਹੈ ਜੀ, ਵਿਚਾਰ ਪੇਸ਼ ਕੀਤੇ ਸੀ। ਸੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋ ਗਿਆ, 15 ਅਗਸਤ 1947। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ, ਇਹ ਜ਼ਿਆਦਾਤਰ ਪੇਪਰ ਦੇ ਵਿੱਚ ਆਉਂਦਾ ਵੀ ਨਹੀਂਗਾ, ਕਿਉਂਕਿ ਹੁਣ ਇਹ ਬਹੁਤ ਕਾਮਨ ਹੋ ਗਿਆ ਵਾ। ਹੁਣ ਕੀ ਹੋਇਆ ਜੀ, ਪ੍ਰਚਲਿਤ ਹਿੰਸਕ ਜਿਹੜੀਆਂ ਫਿਰਕੂ ਮਾਹੌਲ ਵੀ ਹੋ ਗਿਆ, ਤੇ ਉਹਦੇ ਤਹਿਤ ਜਦੋਂ ਭਾਰਤ ਦੀ ਵੰਡ ਅਤੇ ਪਾਕਿਸਤਾਨ ਦੀ ਸਿਰਜਣਾ ਉਸ ਨੂੰ ਅਟੱਲ ਪ੍ਰਤੀਤ ਹੋਈ ਉਸ ਟਾਈਮ ਦੇ ਉੱਤੇ। ਮਤਲਬ ਇਹੀ ਸਮਝ ਲਓ ਤੁਸੀਂ ਸਿੰਪਲ ਲੈਂਗੁਏਜ ਦੇ ਵਿੱਚ ਕਿ ਇਸ ਲਾਰਡ ਮਾਊਂਟ ਬੈਟਨ ਦੇ ਪਲਾਨ ਦੇ ਤਹਿਤ ਹੀ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ, ਠੀਕ ਹੈ ਜੀ। ਹਾਂਜੀ, ਵਿਆਪਕ ਵਿਚਾਰਧਾਰੇ ਤੋਂ ਬਾਅਦ ਲਾਰਡ ਮਾਊਂਟ ਬੈਟਨ ਨੇ 3 ਜੂਨ 1947 ਨੂੰ ਕਿਹਾ ਕਿ ਭਾਰਤ ਦੀ ਵੰਡ ਦੀ ਯੋਜਨਾ ਪੇਸ਼ ਕੀਤੀ, ਠੀਕ ਹੈ। ਯੋਜਨਾ ਮਤਲਬ ਮੁਸਲਿਮ ਲੀਗ ਦਾ ਜਿਹੜੇ ਉਸ ਟਾਈਮ ਦੇ ਉੱਤੇ ਪ੍ਰਧਾਨ ਸੀਗੇ ਆਪਣੇ ਮੁਹੰਮਦ ਅਲੀ ਜਿਨਾ, ਤੇ ਜਵਾਹਰ ਲਾਲ ਨਹਿਰੂ ਜੋ ਉਸ ਸਮੇਂ ਕਾਂਗਰਸ ਦੇ ਤੇ ਕਨਸਟੀਟਿਊਸ਼ਨ ਅਸੈਂਬਲੀ ਦੇ ਪ੍ਰਧਾਨ ਸੀਗੇ। ਸੋ ਉਹ ਵੀ ਇਹਨਾਂ ਦੋਨਾਂ ਨਾਲ ਇਹਨਾਂ ਨੂੰ ਕੀਤੀ ਕਿ 3 ਜੂਨ 1947 ਨੂੰ ਇਹ ਇਹਨਾਂ ਨੇ ਘੋਸ਼ਣਾ ਕੀਤੀ ਸੀ, ਜਿਹਨੂੰ ਆਪਾਂ ਮਾਊਂਟ ਬੈਟਨ ਪਲਾਨ। ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਵਾਂ ਜਿਹਦੇ ਵਿੱਚ ਕਿ ਜ਼ਿਆਦਾਤਰ ਬੱਚਾ ਕਨਫਿਊਜ਼ ਹੁੰਦਾ, ਅੱਗੇ ਆਪਣਾ ਐਡ ਕੀਤਾ ਹੋਇਆ, ਠੀਕ ਹੈ ਜੀ, ਪੁਆਇੰਟ। ਹੁਣ ਕੀ ਹੋਇਆ ਜੀ, ਜਦੋਂ 3 ਜੂਨ 1947 ਨੂੰ ਇਹ ਘੋਸ਼ਣਾ ਹੋ ਗਈ, ਇਹਨੂੰ ਆਪਾਂ ਮਾਊਂਟ ਬੈਟਨ ਪਲਾਨ ਕਹਿੰਦੇ ਹਾਂ, ਠੀਕ ਹੈ ਜੀ। ਹੁਣ ਜਦੋਂ ਭਾਰਤ ਤਾਂ ਆਜ਼ਾਦ ਤਾਂ ਹੋਣਾ ਹੀ ਸੀ, ਪਰ ਵੰਡਿਆ ਗਿਆ। ਜਿਹੜਾ ਸਿੰਧ ਦਾ ਏਰੀਆ ਸੀ, ਬਲੋਚਿਸਤਾਨ ਸੀਗਾ, NWFE, ਠੀਕ ਹੈ, ਨਾਰਥ ਵੈਸਟ ਫਰੰਟੀਅਰ ਜਿਹੜੇ ਸੀਗੇ, ਠੀਕ ਹੈ, ਪ੍ਰੋਵੀਜ਼ਨ ਸੀਗੀਆਂ, ਉਹ ਆਪਣੀਆਂ ਪਾਕਿਸਤਾਨ ਦੇ ਨਵੇਂ ਰਾਜ ਨੂੰ ਦਿੱਤਾ ਜਾਣਾ ਸੀ, ਠੀਕ ਹੈ, ਪਾਕਿਸਤਾਨ ਨੂੰ ਦੇਤੀਆਂ। ਪੰਜਾਬ ਅਤੇ ਬੰਗਾਲ ਜਿਹੜੀ ਸੀ ਉਸ ਟਾਈਮ ਦੇ ਉੱਤੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਫੈਸਲਾ ਦਿੱਤਾ ਕਿ ਅਸੈਂਬਲੀਆਂ ਜਿਹੜੀਆਂ ਨੇ ਆਪੋ ਆਪਣੀਆਂ ਅਸੈਂਬਲੀਆਂ ਚੋਣ ਕਰੋ ਵੀ ਤੁਸੀਂ ਕੀ ਕਰਨਾ, ਤੁਸੀਂ ਅਲੱਗ ਰਹਿਣਾ ਚਾਹੁੰਦੇ ਹੋ, ਇੰਡੀਆ ਦੇ ਨਾਲ ਰਹਿਣਾ ਚਾਹੁੰਦੇ ਹੋ ਜਾਂ ਪਾਕਿਸਤਾਨ ਦੇ ਨਾਲ ਰਹਿਣਾ ਚਾਹੁੰਦੇ ਹੋ। ਸੋ ਉਹਨਾਂ ਨੇ ਕਹਿੰਦਾ ਵੀ ਅਸੀਂ ਵੀ ਵੰਡ ਚਾਹੁੰਦੇ ਹਾਂ। ਸੋ ਭਾਰਤ ਜਾਂ ਪਾਕਿਸਤਾਨ ਵਿੱਚ ਇਕਜੁੱਟਤਾ ਹੋਣਾ ਅਤੇ ਦੋਹਾਂ ਸੂਬਿਆਂ ਨੇ ਵੰਡ ਲਈ ਵੋਟ ਕੀਤਾ, ਠੀਕ ਹੈ ਜੀ। ਸੋ ਇਹ ਤਾਂ ਅਲੱਗ ਸਿੰਧ ਹੋ ਗਿਆ, ਬਲੋਚਿਸਤਾਨ ਹੋ ਗਿਆ, ਨਾਰਥ ਵੈਸਟ ਫਰੰਟੀਅਰ ਪ੍ਰੋਵੀਜ਼ਨ ਹੋ ਗਈ, ਇਹ ਤਾਂ ਪਾਕਿਸਤਾਨ 'ਚ ਬਣ ਵੀ ਗਈ ਸੀ। ਸੋ ਪੂਰੇ ਭਾਰਤ ਦੀ ਵੰਡ ਨਹੀਂ ਸੀ ਹੋਈ ਉਸ ਟਾਈਮ ਦੇ ਉੱਤੇ, ਜਿਹਦੇ ਵਿੱਚ ਕਿ ਮੁਸਲਿਮ ਕਮਿਊਨਿਟੀ ਸੀ ਜਿਹੜੀ ਕਿ ਜ਼ਿਆਦਾਤਰ ਬੰਗਾਲ ਦੇ ਵਿੱਚ ਸੀਗੀ ਤੇ ਪੰਜਾਬ ਦੇ ਵਿੱਚ ਸੀ। ਇਹਦੇ ਵਿੱਚੋਂ ਜਿਹੜੀ ਸੀਗੀ ਇਹਨਾਂ ਦੀ ਵੰਡ ਹੋਈ ਸੀ ਉਸ ਟਾਈਮ ਦੇ ਉੱਤੇ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਕਰ ਲੈਣਾ। ਹੁਣ ਕੀ ਹੋਇਆ ਜੀ, ਅੱਗੇ ਕਾਂਗਰਸ ਅਤੇ ਮੁਸਲਿਮ ਲੀਗ ਨੇ ਅੰਤ ਵਿੱਚ ਮਾਊਂਟ ਬੈਟਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ, ਠੀਕ ਹੈ ਜੀ। ਸੋ ਇਹਦੇ ਵਿੱਚ ਦੋਨੇ ਮੰਨ ਗਈਆਂ ਸੀ, ਕਾਂਗਰਸ ਵੀ ਮੰਨ ਗਈ ਸੀ, ਮੁਸਲਿਮ ਲੀਗ ਵੀ ਮੰਨ ਗਈ ਸੀ ਕਿ ਇਹ ਹੋ ਜਾਏਗਾ। ਹੁਣ ਦੇਖੋ ਜੀ, ਆਪਣੀ ਪਿਕਚਰ ਐਡ ਕੀਤੀ ਹੋਈ ਆ ਆਪਾਂ। ਆਹ ਬੈਠੇ ਨੇ ਲਾਰਡ ਮਾਊਂਟ ਬੈਟਨ, ਉਸ ਟਾਈਮ ਦੇ ਉੱਤੇ ਵਾਇਸਰਾਏ ਸੀਗੇ ਇਹ, ਠੀਕ ਹੈ ਜੀ। ਸੋ ਆਹ ਬੈਠੇ ਨੇ ਮੁਹੰਮਦ ਅਲੀ ਜਿਨਾ, ਤੇ ਆਹ ਬੈਠੇ ਨੇ ਆਪਣੇ ਪੰਡਿਤ ਜਵਾਹਰ ਲਾਲ ਨਹਿਰੂ। ਸੋ ਆਹ ਸਾਰੇ ਬੈਠੇ ਨੇ 3 ਜੂਨ ਦਾ ਜਿਹੜਾ ਪਲਾਨ ਆ ਉਹ ਡਿਸਕਸ ਕਰ ਰਹੇ ਆ ਬੈਠੇ, ਠੀਕ ਹੈ ਜੀ। ਸੋ ਇਹ ਅਫੀਸ਼ੀਅਲ ਆਪਣੀ ਤਸਵੀਰ ਆ, ਠੀਕ ਹੈ, ਉਸ ਟਾਈਮ ਦੇ ਉੱਤੇ ਜਿਹੜੀ ਨਿਊਜ਼ਪੇਪਰ ਦੇ ਵਿੱਚ ਛਪੀ ਸੀ। ਹੁਣ ਜੀ ਭਾਰਤੀ ਸੁਤੰਤਰਤਾ ਐਕਟ ਹੋਇਆ ਜੀ 1947 'ਚ, ਮੋਸਟ ਇੰਪੋਰਟੈਂਟ ਇੰਡੀਅਨ ਇੰਡੀਪੈਂਡੈਂਸ ਐਕਟ। ਹੁਣ ਜੀ 18 ਜੁਲਾਈ 1947 ਨੂੰ ਉਹਨਾਂ ਨੇ ਕੀ ਕਿਹਾ ਜੀ, ਇੰਡੀਅਨ ਇੰਡੀਪੈਂਡੈਂਸ ਐਕਟ ਬਣਾਤਾ, ਠੀਕ ਹੈ ਜੀ, ਕਿ ਭਾਰਤ ਜਾਣੀ ਸਾਰਾ ਕੁਝ ਇਹਨਾਂ ਨੇ ਲਿਖਤਾ ਕਿ ਮਾਊਂਟ ਬੈਟਨ ਯੋਜਨਾ ਨੂੰ ਰਸਮੀ ਪ੍ਰਵਾਨਗੀ ਦੇਤੀ ਇਹਨਾਂ ਨੇ ਪੂਰੀ ਤਰ੍ਹਾਂ ਨਾਲ, ਜਾਣੀ ਕਿ ਅਫੀਸ਼ੀਅਲ ਪ੍ਰਵਾਨਗੀ ਜਦੋਂ ਦੇਤੀ ਇਹਨਾਂ ਨੇ ਕੀ ਕੀਤਾ ਜੀ, ਇਹਦੇ ਵਿੱਚ ਕੀ ਸੀ, ਇਹ ਵੀ ਮੋਸਟ ਇੰਪੋਰਟੈਂਟ ਬਣਦਾ, ਇਹਦੇ ਵਿੱਚੋਂ ਵੀ ਕੁਐਸਚਨ ਬਣਦਾ ਹੀ ਬਣਦਾ, ਮੈਂ ਤੁਹਾਨੂੰ ਦੱਸਾਂ ਕੀ ਬਣਦਾ।
हाँ जी, देश की भारत ते पाकिस्तान ਵਿੱਚ ਵੰਡ 15 ਅਗਸਤ 1947 ਨੂੰ ਹੋਈ। ਠੀਕ ਹੈ ਜੀ, ਸਾਰਿਆਂ ਤੋਂ ਪਹਿਲੇ ਇਹਦੇ ਵਿੱਚ ਹੋਊਗਾ ਕਿ ਇਹਦੇ ਵਿੱਚ ਹੋਏਗੀ। ਆਹ ਡੇਟ ਉਹਨਾਂ ਨੇ ਡਿਕਲੇਅਰ ਕਰਤੀ ਸੀ ਆਫੀਸ਼ੀਅਲੀ। ਠੀਕ ਹੈ ਜੀ, ਬ੍ਰਿਟਿਸ਼ ਸਰਕਾਰ ਕਹਿੰਦੀ ਜੀ ਸਾਰੀਆਂ ਸ਼ਕਤੀਆਂ ਇਹਨਾਂ ਦੋਵਾਂ ਡੋਮੀਨੀਅਨ ਜਿਹੜੀਆਂ ਤਬਦੀਲਾਂ ਦੇ ਵਿੱਚ, ਮਤਲਬ ਇਹਨਾਂ ਦੀ ਪਾਵਰ, ਇਹਨਾਂ ਡੋਮੀਨੀਅਨ ਪਾਵਰ ਦਿੱਤੀ ਕਿ ਤੁਸੀਂ ਆਪਦਾ ਸਾਰਾ ਕੁਝ ਕਰ ਸਕਦੇ ਹੋ, ਤੁਸੀਂ ਆਪਦਾ ਸੰਵਿਧਾਨ ਬਣਾਓ, ਸਾਰਾ ਕੁਝ ਤੁਸੀਂ ਆਪਦਾ ਨਜਿੱਠ ਸਕਦੇ ਹੋ ਆਪਦੇ ਤਰੀਕੇ ਦੇ ਨਾਲ। ਸੋ ਅੱਗੇ ਕੀ ਹੋਇਆ ਜੀ, ਇੱਕ ਸੀਮਾ ਕਮਿਸ਼ਨ ਬਣਿਆ ਜਿਹਦੇ ਵਿੱਚ ਕਿ ਪੰਜਾਬ ਅਤੇ ਬੰਗਾਲ ਪ੍ਰਾਂਤਾਂ ਦੀਆਂ ਸੀਮਾਵਾਂ ਨਿਰਧਾਰਤ ਹੋਣੀਆਂ, ਜਿਹਦੇ ਵਿੱਚ ਕਿ ਇੱਕ ਰੈੱਡ ਕਲਿਫ ਸੀਗੇ, ਉਹਨਾਂ ਨੇ ਆ ਕੇ ਇੱਕ ਬਾਉਂਡਰੀ ਕਮਿਸ਼ਨ ਬਣਾਇਆ ਗਾ, ਜਿਹਨੂੰ ਆਪਾਂ ਰੈੱਡ ਕਲਿਫ ਬਾਉਂਡਰੀ ਕਮਿਸ਼ਨ ਦੇ ਤਹਿਤ ਜੋ ਆਪਣੇ ਭਾਰਤ ਦੀ ਵੰਡ ਹੋਈ ਸੀ, ਜਿਹੜੇ ਪੰਜਾਬ ਤੇ ਬੰਗਾਲ ਸਪੈਸ਼ਲੀ ਇਹਨਾਂ ਦੀਆਂ ਪ੍ਰਾਂਤਾਂ ਦੀਆਂ ਵੰਡ ਹੋਈ ਸੀ ਕਿ ਈਸਟ ਪੰਜਾਬ ਤੇ ਵੈਸਟ ਪੰਜਾਬ ਬਣਿਆ ਸੀ ਤੇ ਬੰਗਾਲ ਦੇ ਪਾਰਟਸ ਦੀ ਵੰਡ ਹੋਈ ਸੀ। ਸੋ ਇਹ ਸਾਰੇ ਦੇ ਲਈ ਤੁਸੀਂ ਰੈੱਡ ਕਲਿਫ ਬਾਉਂਡਰੀ ਕਮਿਸ਼ਨ ਯਾਦ ਕਰ ਲੈਣਾ। ਇਹ 2 ਵਾਰ ਪੇਪਰ 2021 ਦੇ ਵਿੱਚ ਕੁਐਸਚਨ ਰਿਪੀਟ ਹੋ ਚੁੱਕਿਆ ਵਾ। ਠੀਕ ਆ, ਸੋ ਇਹਦੇ ਵਿੱਚ ਡਾਇਰੈਕਟ ਕੁਐਸਚਨ ਪੁੱਛਦੇ ਆ ਕਿ ਜਿਹੜੇ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਵੰਡ ਹੋਈ ਸੀ, ਸੋ ਉਹਨੂੰ ਕਿਹੜੀ ਬਾਉਂਡਰੀ ਕਿਹਾ ਜਾਂਦਾ। ਸੋ ਭਾਰਤ ਪਾਕਿਸਤਾਨ ਦੀ ਉਸ ਟਾਈਮ ਦੇ ਰੈੱਡ ਕਲਿਫ ਬਾਉਂਡਰੀ ਕਿਹਨੂੰ ਕਿਹਾ ਜਾਂਦਾ ਵਾ। ਠੀਕ ਆ, ਇਹ ਕਮਿਸ਼ਨ ਸੀਗਾ, ਉਸਨੇ ਰੈੱਡ ਕਲਿਫ ਉਸ ਦੇ ਇੰਚਾਰਜ ਬਣਾਏ ਗਏ ਸੀ। ਠੀਕ ਆ ਜੀ, ਸੋ ਇਹ ਮੋਸਟ ਇੰਪੋਰਟੈਂਟ ਬਣਦਾ। ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਮਾਊਂਟਬੈਟਨ ਪਲਾਨ ਜਿਹੜਾ ਸੀ ਉਹਦੇ ਤਹਿਤ ਭਾਰਤ ਨੂੰ ਆਜ਼ਾਦੀ ਮਿਲੀ ਸੀ। ਠੀਕ ਆ ਜੀ, ਸੋ ਵੰਡ ਦਾ ਐਲਾਨ ਵੀ ਹੋਇਆ ਸੀ, ਬਟ ਜਿਹੜਾ ਬਾਉਂਡਰੀ ਕਮਿਸ਼ਨ ਦਾ ਵਾ ਉਹਦੇ ਲਈ ਤੁਸੀਂ ਇਹਨੂੰ ਰੈੱਡ ਕਲਿਫ ਨੂੰ ਯਾਦ ਕਰਨਾ। ਸੋ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਠੀਕ ਆ, ਐਗਜ਼ਾਮੀਨਰ ਮਾਊਂਟਬੈਟਨ ਜ਼ਰੂਰ ਲਿਖਦਾ ਵਾ ਨਾਲ। ਠੀਕ ਆ, ਤਾਂ ਕਿ ਤੁਸੀਂ ਕਨਫਿਊਜ਼ ਹੋਵੋ। ਅੱਗੇ ਆ ਗਿਆ ਜੀ, ਜਦੋਂ ਉਸ ਤੋਂ ਟਾਈਮ ਐਕਟ ਨੇ ਕੀ ਕੀਤਾ ਜੀ, 2 ਡੋਮੀਨੀਅਨ ਦੀਆਂ ਸੰਵਿਧਾਨਕ ਸਭਾਵਾਂ ਨੂੰ ਸ਼ਕਤੀ ਦੇ ਤਬਾਦਲੇ ਲਈ ਪ੍ਰਦਾਨ ਕਰਤਾ, ਜਿਨ੍ਹਾਂ ਕੋਲ ਆਪਣੇ ਆਪਣੇ ਸੰਵਿਧਾਨ ਬਣਾਉਣ ਦਾ ਪੂਰਾ ਅਧਿਕਾਰ ਹੋਵੇਗਾ। ਜਿਹੜਾ ਆਪਾਂ ਪਹਿਲਾਂ ਹੀ ਕਰਤਾ ਕਿ ਇਹਨਾਂ ਦੇ ਕੋਲੇ ਆਪਦਾ ਅਧਿਕਾਰ ਹੋਏਗਾ। ਹੁਣ ਕੀ ਹੋਇਆ ਜੀ, 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਲਾਰਡ ਮਾਊਂਟਬੈਟਨ ਜਿਹੜੇ ਸੀਗੇ ਉਹਨਾਂ ਨੂੰ ਕਿ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਬਣਾਇਆ ਗਿਆ, ਜਦੋਂ ਕਿ ਮੁਹੰਮਦ ਅਲੀ ਜਿੰਨਾ ਜਿਹੜੇ ਸੀਗੇ ਉਹ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਬਣ ਗਏ ਸੀ। ਠੀਕ ਹੈ ਜੀ, ਸੋ ਇਹ ਆ ਵੀ ਆਪਣਾ ਆਜ਼ਾਦ ਹੋ ਗਿਆ। ਠੀਕ ਆ, ਹੁਣ ਆਪਣੇ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਭਾਰਤ ਦਾ ਜਿਹੜਾ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ। ਇਹ ਸੀਗੇ ਆਪਣੇ ਲਾਰਡ ਮਾਊਂਟਬੈਟਨ। ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਠੀਕ ਹੈ ਜੀ, ਹੁਣ ਕੀ ਹੋਇਆ ਜੀ, 30 ਜਨਵਰੀ 1948 ਨੂੰ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਕਿ ਮਹਾਤਮਾ ਗਾਂਧੀ ਨੇ ਬਿਰਲਾ ਹਾਊਸ ਦਿੱਲੀ 'ਚ ਪ੍ਰਾਰਥਨਾ ਸਭਾ ਲਈ ਜਾਂਦੇ ਸਮੇਂ ਨੱਥੂ ਰਾਮ ਗੋਡਸੇ ਦੁਆਰਾ ਹੱਤਿਆ ਕਰ ਦਿੱਤੀ। ਠੀਕ ਹੈ ਜੀ, ਸੋ ਇਹ ਵੀ ਆਪਣਾ ਹੋ ਗਿਆ। ਹੁਣ ਜੀ ਦੇਖੋ, ਆਪਣੀ ਮਾਡਰਨ ਹਿਸਟਰੀ ਆਲਮੋਸਟ ਕੰਪਲੀਟ ਹੋ ਚੁੱਕੀ ਆ। ਇੱਕ ਬਸ ਆਪਣੀ ਇੱਕ ਕਲਾਸ ਮੈਂ ਕਹੂੰਗਾ ਕਿ ਉਹ ਵੀ ਆਪਾਂ MCQ ਦੇ ਵਿੱਚ ਹੀ ਕਵਰ ਕਰ ਲਾਂਗੇ। ਜਿਹੜੇ ਆਪਣੇ ਬ੍ਰਿਟਿਸ਼ ਦੇ ਇੰਪੋਰਟੈਂਟ ਪਰਸਨੈਲਿਟੀ ਨੇ, ਬ੍ਰਿਟਿਸ਼ਰ ਦੇ ਜਿਵੇਂ ਵਾਇਸਰਾਏ ਹੋ ਗਏ, ਗਵਰਨਰ ਜਨਰਲ ਹੋ ਗਏ, ਠੀਕ ਆ, ਉਹਨਾਂ ਸਾਰਿਆਂ ਨੇ ਭਾਰਤ ਦੇ ਵਿੱਚ ਕੀ ਕੀ ਕੰਮ ਤੇ ਉਹਨਾਂ ਦੇ ਉੱਤੇ ਪੇਪਰ ਦੇ ਵਿੱਚ ਕਿੱਦਾਂ ਦੇ ਕੁਐਸਚਨ ਬਣਦੇ ਨੇ। ਇੱਕ ਕਲਾਸ ਆਪਾਂ ਉਹਦੀ ਲੈ ਕੇ ਆਵਾਂਗੇ, ਅਗਰ ਹੋ ਸਕਿਆ ਤਾਂ ਇੱਕ ਕਲਾਸ ਸਪੈਸ਼ਲ ਆਪਾਂ ਲੈ ਕੇ ਆਵਾਂਗੇ ਜਿਹੜੀ ਭਾਰਤ ਦੇ ਜਿਵੇਂ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਆ, ਉਹਨਾਂ ਦੇ ਉੱਤੇ ਕਿਹੜੇ ਕਿਹੜੇ MCQ ਦੇ ਰੂਪ ਦੇ ਵਿੱਚ ਹੀ ਕਰਾਂਗੇ। ਠੀਕ ਆ ਆਪਾਂ, ਸੋ ਇਹਦੇ ਵਿੱਚ ਜ਼ਿਆਦਾਤਰ ਆਪਾਂ ਨੂੰ, ਕਿਉਂਕਿ ਥਿਊਰੀ ਦੇ ਵਿੱਚ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਸਾਰਾ ਕੁਝ, MCQ ਦੇ ਵਿੱਚ ਇੱਦਾਂ ਕਿ ਕੁਛ ਕੁਐਸਚਨ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਸਟੈਟਿਕ GK ਦੇ ਵਿੱਚ ਬਣਦੇ ਨੇ। ਸੋ ਸਟੈਟਿਕ ਦੇ ਵਿੱਚ ਤੁਸੀਂ ਕਰ ਸਕਦੇ ਹੋ। ਹੁਣ ਦੇਖੋ ਜੀ, ਲਿਸਟ ਆ ਗਈ ਜੀ, ਆਹ ਇੰਪੋਰਟੈਂਟ ਇਵੈਂਟ ਆ ਗਏ। ਠੀਕ ਆ, ਸੋ ਆਹ ਆਪਣਾ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਯਾਦ ਕਰਨਾ। 1700 ਇਹਦਾ ਤੁਸੀਂ ਇੱਕ ਵੀ ਪੁਆਇੰਟ ਨਹੀਂ ਛੱਡਣਾ, ਇਹ ਸਾਰੇ ਇੰਪੋਰਟੈਂਟ ਨੇ। ਇਹਨਾਂ ਦੇ ਉੱਤੇ ਡਾਇਰੈਕਟ ਡੇਟ ਵਾਈਜ਼ ਕੁਐਸਚਨ ਆਉਂਦਾ ਵਾ। ਇੱਕ ਆ ਜਾਵੇ, 2 ਆਵੇ, 3 ਵੀ ਆ ਸਕਦੇ ਨੇ। ਠੀਕ ਹੈ ਜੀ, ਅਗਰ GK ਦੀ ਜ਼ਿਆਦਾ ਵੇਟੇਜ ਹੁੰਦੀ ਆ। ਹੁਣ ਜੀ 1757 'ਚ ਪਲਾਸੀ ਦੀ ਲੜਾਈ ਹੋਈ ਸੀ, ਜਿਹਨੇ ਇਨਸ਼ੋਰ ਕੀਤਾ ਸੀ ਕਿ ਬ੍ਰਿਟਿਸ਼ਰ ਨੂੰ ਪੋਲੀਟੀਕਲ ਰੂਲ ਦਿੱਤਾ ਹੋਇਆ। ਠੀਕ ਹੈ, ਪੋਲੀਟੀਕਲ ਰੂਲ ਦਿੱਤਾ ਜਾਊਗਾ। 1761 ਦੇ ਵਿੱਚ ਜਿਹੜੀ 3rd ਬੈਟਲ ਆਫ ਪਾਣੀਪਤ ਹੋਈ ਸੀ। ਠੀਕ ਹੈ ਜੀ, 1764 ਦੇ ਵਿੱਚ ਆਹ ਪਟਵਾਰੀ ਦੇ ਵਿੱਚ ਪੇਪਰ ਪ੍ਰੀ ਦੇ ਵਿੱਚ ਕੁਐਸਚਨ ਰਿਪੀਟ ਹੋਇਆ ਕਿ ਕਿਹੜੀ ਮਤਲਬ ਲੜਾਈ ਨੇ ਇਸਟੈਬਲਿਸ਼ ਕੀਤੀ ਸੀ ਸੁਪਰੀਮੈਂਸੀ ਆਫ ਦਾ ਬ੍ਰਿਟਿਸ਼ ਰੂਲ ਇਨ ਇੰਡੀਆ ਪੂਰੀ ਤਰ੍ਹਾਂ ਨਾਲ। ਠੀਕ ਹੈ, ਬੈਟਲ ਆਫ ਬਕਸਰ ਨੇ ਕੀਤੀ ਸੀ। ਠੀਕ ਹੈ, 1764 'ਚ ਹੋਈ ਸੀ। ਸੋ ਫਸਟ ਐਂਗਲੋ ਮੈਸੂਰ ਵਾਰ 1767 ਤੇ 69 'ਚ। 80 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। 80 ਤੋਂ 84 ਤੱਕ ਸੈਕਿੰਡ ਐਂਗਲੋ ਮੈਸੂਰ ਵਾਰ ਹੋਈ ਸੀ। 84 ਦੇ ਵਿੱਚ ਪਿਟ ਐਕਟ ਆਇਆ ਸੀ। ਠੀਕ ਆ, ਇਹ ਬਹੁਤ ਇੰਪੋਰਟੈਂਟ ਬਣਦੇ ਨੇ। ਇਹ ਸਾਰੇ ਮੈਂ ਉਹੀ ਐਡ ਕੀਤੇ ਨੇ ਜਿਹੜੇ ਕਿ ਵੈਸੇ ਆਪਾਂ ਕੀਤਾ ਹੋਇਆ, ਇੱਦਾਂ ਨਹੀਂ ਕਿ ਨਹੀਂ ਕੀਤੇ ਹੋਏ। ਸੋ 1790-92 'ਚ 3rd ਐਂਗਲੋ ਮੈਸੂਰ ਵਾਰ ਹੋਏ ਸੀ। 93 ਦੇ ਵਿੱਚ ਆਹ ਪੇਪਰ ਦੇ ਵਿੱਚ ਬਹੁਤ ਵਾਰ ਕੁਐਸਚਨ ਰਿਪੀਟ ਹੋਏਗਾ। ਜਿਹੜਾ ਪਰਮਾਨੈਂਟ ਸੈਟਲਮੈਂਟ ਆਫ ਬੰਗਾਲ ਆ ਉਹ ਕਿਹੜੇ ਸਾਲ 'ਚ ਹੋਈ ਸੀ? 1793 ਦੇ ਵਿੱਚ ਹੋਈ ਸੀ। 99 ਦੇ ਵਿੱਚ ਆਪਣੀ ਹੋਈ ਸੀ 4th ਐਂਗਲੋ ਵਾਰ, ਜਿਹਦੇ ਵਿੱਚ ਕਿ ਡੈਥ ਹੋਈ ਸੀ ਆਪਣੇ ਟੀਪੂ ਸੁਲਤਾਨ ਦੀ। ਠੀਕ ਆ ਜੀ। ਸੋ 1802 'ਚ ਟ੍ਰੀਟੀ ਆਫ ਬਾਸੀਨ ਹੋਈ ਸੀ। 1809 ਦੇ ਵਿੱਚ ਟ੍ਰੀਟੀ ਆਫ ਅੰਮ੍ਰਿਤਸਰ ਹੋਈ ਸੀ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਤੇ ਮੈਟਕੈਫੇ ਈਸਟ ਇੰਡੀਆ ਦੇ ਵਿੱਚ ਹੋਈ ਸੀ। 1829 'ਚ ਜਿਹੜੀ ਪ੍ਰੈਕਟਿਸ ਆਫ ਸਤੀ ਨੂੰ ਜਿਹੜਾ ਆਪਣਾ ਪ੍ਰੋਹਿਬਿਟ ਕੀਤੀ ਸੀ। ਠੀਕ ਹੈ ਜੀ। ਨੈਕਸਟ ਆ ਗਿਆ 30 ਦੇ ਵਿੱਚ ਆਪਣਾ ਰਾਜਾ ਰਾਮ ਮੋਹਨ ਰਾਏ ਇੰਗਲੈਂਡ ਗਏ ਸੀ। 33 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੀ ਡੈਥ ਹੋ ਗਈ ਸੀ। 39 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀ। ਠੀਕ ਹੈ ਜੀ। ਸੋ ਇਹ ਵੀ ਕੁਐਸਚਨ ਬਣ ਸਕਦਾ ਵਾ। ਸੋ 39 40 ਦੇ ਤੇ 42 ਦੇ ਵਿੱਚ ਆਪਣਾ ਫਸਟ ਐਂਗਲੋ ਅਫਗਾਨ ਵਾਰ ਹੋਈ ਸੀ। 45 46 ਦੇ ਵਿੱਚ ਫਸਟ ਐਂਗਲੋ ਸਿੱਖ ਵਾਰ ਹੋਈ ਸੀ।
ਤੇ 48 49 ਦੇ ਵਿੱਚ ਸੈਕੰਡ ਐਂਗਲੋ ਸਿੱਖ ਵਾਰ ਹੋਈ ਸੀ। ਸੋ ਇਹ ਜਿਹੜੀਆਂ ਆਪਣੀਆਂ ਐਂਗਲੋ ਵਾਰਸ ਨੇ ਨਾ, ਇਹ ਆਪਣਾ ਪੰਜਾਬ ਜੀਕੇ ਦੀ ਹੁਣ ਆਪਾਂ ਨਾਲ ਹੀ ਥਿਊਰੀ ਸਟਾਰਟ ਕਰ ਦੇਣੀ ਆ। ਹੋਰ ਬਸ ਨੈਕਸਟ ਵੀਕ ਤੋਂ ਸ਼ੁਰੂ ਕਰ ਦਾਂਗੇ ਆਪਾਂ, ਠੀਕ ਆ। ਇਹਦੀਆਂ ਮਾਡਰਨ ਹਿਸਟਰੀ ਦੀਆਂ ਜਿਹੜੀਆਂ 2 MCQ ਦੀਆਂ ਕਲਾਸਾਂ ਆਈਆਂ ਉਹਦੇ ਨਾਲ ਹੀ ਆਪਾਂ ਸ਼ੁਰੂ ਕਰ ਦੇਣੀਆਂ। ਸੋ ਇਹਦਾ ਵੀ ਤੁਹਾਨੂੰ ਬੈਨੀਫਿਟ ਹੋਏਗਾ। ਪੰਜਾਬ ਜੀਕੇ ਆਪਾਂ ਪੂਰੀ ਡਿਟੇਲ ਦੇ ਵਿੱਚ ਕਰਾਂਗੇ, ਜਿਹੜੀ ਕਿ ਇੱਕ ਵੀ ਕੁਐਸਚਨ ਤੁਹਾਡਾ ਪੰਜਾਬ ਜੀਕੇ ਦਾ ਆਪਣੀ ਕਲਾਸ ਚੋਂ ਬਾਹਰ ਨਹੀਂ ਜਾਊਗਾ, ਠੀਕ ਆ ਜੀ। ਸੋ PSSB ਚ 20 ਨੰਬਰ ਦੀ ਵੀ ਪੁੱਛਣ ਲੱਗ ਗਏ ਵਿੱਚ ਦੀ। ਆ ਕਲਰਕ ਦੇ ਪੇਪਰ 'ਚ 20 ਨੰਬਰ ਦੀ ਪੰਜਾਬ ਜੀਕੇ ਪੁੱਛੀ ਸੀ ਤੇ ਵਧੀਆ ਲੈਵਲ ਦੀ ਪੁੱਛ ਲਈ ਸੀ ਉਹਨਾਂ ਨੇ। ਸੋ ਪੰਜਾਬ ਜੀਕੇ 'ਚ ਆਪਾਂ ਪੂਰੇ ਪੱਕੇ ਨੰਬਰ ਕਰਦੇ ਹਾਂ, ਕਿਉਂਕਿ ਅੱਗੇ ਜਿਹੜੇ ਕਲਰਕ ਦੇ ਐਗਜ਼ਾਮ ਹੋਣਗੇ ਨਾ, ਹੁਣ ਕੋਆਪਰੇਟਿਵ ਕਲਰਕ ਹੋ ਗਿਆ ਜਾਂ ਦੂਸਰਾ, ਤਾਂ ਉਹਦੇ ਵਿੱਚ ਪੰਜਾਬ ਜੀਕੇ ਤੋਂ ਵੱਧ ਪੁੱਛੀ ਜਾ ਸਕਦੀ ਆ, ਠੀਕ ਹੈ ਜੀ। ਸੋ ਉਹ ਵੀ ਆਪਾਂ ਹੁਣ ਨਾਲ ਹੀ ਸ਼ੁਰੂ ਕਰ ਦੇਣੀ ਆ, ਕਿਉਂਕਿ ਮਾਡਰਨ ਹਿਸਟਰੀ ਆਪਣੀ ਆਲਮੋਸਟ ਖਤਮ ਹੋ ਚੁੱਕੀ ਆ। 1852 'ਚ ਸੈਕੰਡ ਐਂਗਲੋ ਬਰਮਾ ਵਾਰ ਹੋਈ ਸੀ। 53 ਦੇ ਵਿੱਚ ਆਹ ਦੇਖੋ ਜੀ, ਆਹ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ ਕਿ ਪਹਿਲੀ ਰੇਲਵੇ ਲਾਈਨ ਕਦੋਂ ਓਪਨ ਹੋਈ ਸੀ। 1853 'ਚ ਹੋਈ ਸੀ। ਬੰਬੇ ਤੋਂ ਲੈ ਕੇ ਥਾਣੇ ਤੱਕ ਹੋਈ ਸੀ, ਜਿਹੜੀ ਕਿ ਟੈਲੀ ਤੇ ਨਾਲ ਹੀ ਇੱਕ ਟੈਲੀਗ੍ਰਾਫ ਲਾਈਨ ਓਪਨ ਹੋਈ ਸੀ 1853 'ਚ। ਸੋ ਇਹ ਦੋਨੇ ਚੀਜ਼ਾਂ ਹੋਈਆਂ ਸੀ, ਠੀਕ ਹੈ ਜੀ। ਸੋ ਇਹ ਵੀ ਪੇਪਰ ਦੇ ਵਿੱਚ ਕੁਐਸਚਨ ਬਣਦਾ ਵਾ। ਹੁਣ ਅੱਗੇ ਆ ਗਿਆ ਜੀ ਪਹਿਲੀ ਜਿਹੜੀ ਵਾਰ ਸੀ ਇੰਡੀਪੈਂਡੈਂਸ ਟੇਕਨ ਔਨ। 1857 ਦੀ ਕ੍ਰਾਂਤੀ ਆਪਾਂ ਕਰ ਚੁੱਕੇ ਹਾਂ। 1861 ਦੇ ਵਿੱਚ ਰਵਿੰਦਰ ਨਾਥ ਟੈਗੋਰ ਦਾ ਜਨਮ ਹੋਇਆ ਸੀ। 69 'ਚ ਆਪਣਾ ਮਹਾਤਮਾ ਗਾਂਧੀ ਦਾ ਜਨਮ ਹੋਇਆ ਸੀ। 85 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਸੀ A.O. ਹਿਊਮ ਨੇ, ਠੀਕ ਆ ਜੀ। WC ਬੈਨਰਜੀ ਇਹਦੇ ਪਹਿਲੇ ਪ੍ਰਧਾਨ। ਸਾਰਾ ਆਪਾਂ ਇਹ ਕਰ ਚੁੱਕੇ ਹਾਂ, ਇਹਦੇ ਵਿੱਚ ਕੋਈ ਵੀ ਆਪਾਂ ਨਹੀਂ ਛੱਡਿਆ ਹੋਇਆ ਵਾ। ਅਗਰ ਕੋਈ ਰਹਿ ਜਾਏਗਾ ਤੁਹਾਡਾ ਇਹਦੇ ਵਿੱਚ ਕਵਰ ਹੋ ਜਾਏਗਾ, ਠੀਕ ਹੈ ਜੀ। ਵੈਸੇ ਆਪਾਂ ਸਾਰਾ ਕੀਤਾ ਹੋਇਆ ਵਾ। 1899 ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ ਸੀ। 97 ਦੇ ਵਿੱਚ ਜੀ ਬਰਥ ਆਫ ਸੁਭਾਸ਼ ਚੰਦਰ ਬੋਸ ਕਰ ਚੁੱਕੇ ਹਾਂ ਆਪਾਂ ਚੰਗੀ ਤਰ੍ਹਾਂ ਸੁਭਾਸ਼ ਚੰਦਰ ਬੋਸ ਬਾਰੇ। 3 ਦੇ ਵਿੱਚ ਤਿੱਬਤ ਐਕਸੀਡੈਂਟ ਜੰਗ ਹਸਬੈਂਡ ਡੈਲੀਗੇਸ਼ਨ ਆਇਆ ਸੀ। 1905 ਦੇ ਵਿੱਚ ਆਪਣੀ ਪਾਰਟੀਸ਼ਨ ਹੋਈ ਸੀ ਬੰਗਾਲ ਦੀ, ਈਸਟ ਬੰਗਾਲ ਤੇ ਵੈਸਟ ਬੰਗਾਲ ਬਣੇ ਸੀ, ਠੀਕ ਹੈ ਜੀ। ਲਾਰਡ ਕਰਜ਼ਨ ਨੇ ਕੀਤੀ ਸੀ ਜਿਹੜੀ। 1906 ਦੇ ਵਿੱਚ ਫਾਊਂਡੇਸ਼ਨ ਹੋਈ ਸੀ ਮੁਸਲਿਮ ਲੀਗ ਦੀ, ਜਿਹਨੂੰ ਕਿ ਸਲੀਮੁੱਲਾ ਨੇ ਆਪਣੇ ਢਾਕਾ 'ਚ ਰੱਖਿਆ ਸੀ। 7 ਦੇ ਵਿੱਚ ਆਪਣਾ ਸੂਰਤ ਸਪਲਿਟ ਹੋਇਆ ਸੀ, ਠੀਕ ਹੈ, ਜਿਹਦੇ ਵਿੱਚ ਕਾਂਗਰਸ 2 ਭਾਗਾਂ ਦੇ ਵਿੱਚ ਵੰਡੀ ਗਈ ਸੀ। 1911 ਦੇ ਵਿੱਚ ਦਿੱਲੀ ਦਰਬਾਰ ਹੋਇਆ ਸੀ, ਜਿਹਦੇ ਵਿੱਚ ਕਿ ਕਲਕੱਤਾ ਤੋਂ ਜੋ ਆਪਣੀ ਸੀਗੀ, ਠੀਕ ਆ, ਆਪਣੀ ਕੈਪੀਟਲ ਜੋ ਸੀ ਉਹ ਦਿੱਲੀ ਸ਼ਿਫਟ ਕਰਤੀ ਸੀ, ਜਿਹਦੇ ਵਿੱਚ ਕਿੰਗ ਤੇ ਕਿਊਨ ਆਏ ਸੀਗੇ, ਠੀਕ ਆ। ਕਿੰਗ ਜਾਰਜ ਤੇ ਕਿਊਨ ਆਈ ਸੀ, ਠੀਕ ਆ, ਕਿਊਨ ਮੈਰੀ ਆਈ ਸੀ। 1914 ਦੇ ਵਿੱਚ ਵਰਲਡ ਵਾਰ ਪਹਿਲੀ ਸ਼ੁਰੂ ਹੋਈ ਸੀ। 16 ਦੇ ਵਿੱਚ ਜੀ ਲਖਨਊ ਪੈਕਟ ਸਾਈਨ ਹੋਇਆ ਸੀ ਕਾਂਗਰਸ ਤੇ ਮੁਸਲਿਮ ਲੀਗ 'ਚ। ਹੋਮ ਰੂਲ ਲੀਗ ਦੀ ਮੂਵਮੈਂਟ ਦੀ ਸਥਾਪਨਾ ਹੋਈ ਸੀ, ਠੀਕ ਆ, ਐਨੀ ਬੈਸੰਤ ਨੇ ਕੀਤੀ ਸੀ ਤੇ ਨਾਲ ਆਪਣੇ ਬਾਲ ਗੰਗਾਧਰ ਤਿਲਕ ਸੀਗੇ ਇਹਦੇ, ਠੀਕ ਆ ਜੀ। 1918 ਦੇ ਵਿੱਚ ਕੀ ਹੋਇਆ ਸੀ? 1918 ਦੇ ਵਿੱਚ ਵਰਲਡ ਵਾਰ ਪਹਿਲੀ ਖਤਮ ਹੋਈ ਸੀ। 19 ਦੇ ਵਿੱਚ ਕੀ ਹੋਇਆ ਜੀ? 1919 ਈਸਵੀ ਦੇ ਵਿੱਚ ਮੌਂਟੇਗ ਚੈਮਸਫੋਰਡ ਰਿਫਾਰਮ ਇੰਟਰੋਡਿਊਸ ਹੋਇਆ ਸੀ, ਨਾਲ ਰੋਵਲਟ ਐਕਟ ਵੀ ਆਇਆ ਸੀ ਤੇ ਜਲਿਆਂਵਾਲਾ ਬਾਗ ਦਾ ਜਿਹੜਾ ਸਾਕਾ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਹ ਵੀ 1919 'ਚ ਹੋਇਆ ਸੀ। 20 ਦੇ ਵਿੱਚ ਆਪਣਾ ਖਿਲਾਫਤ ਮੂਵਮੈਂਟ ਹੋਈ ਸੀ। 20 ਤੋਂ 22 ਤੱਕ ਫਿਰ ਨੌਨ ਕੋਆਪਰੇਸ਼ਨ ਮੂਵਮੈਂਟ ਚੱਲੀ ਸੀ। 27 ਦੇ ਵਿੱਚ ਸਾਈਮਨ ਕਮਿਸ਼ਨ ਅਪਾਇੰਟ ਕੀਤਾ ਸੀ। ਇਹਦੇ ਵਿੱਚ ਜ਼ਿਆਦਾਤਰ ਬੱਚਾ ਕਨਫਿਊਜ਼ ਹੁੰਦਾ ਕਿ 27 ਦੇ ਵਿੱਚ ਅਪਾਇੰਟ ਹੋਇਆ ਸੀ ਤੇ 28 ਦੇ ਵਿੱਚ ਭਾਰਤ ਆਇਆ ਸੀ। ਫਿਰ 28 ਦੇ ਵਿੱਚ ਸਾਈਮਨ ਕਮਿਸ਼ਨ ਜਿਹਨੂੰ ਬਾਈਕਾਟ ਕੀਤਾ ਸੀ ਭਾਰਤੀਆਂ ਨੇ, ਤੇ ਲਾਲਾ ਲਾਜਪਤ ਰਾਏ ਦੀ ਲਾਠੀਆਂ ਦੇ ਨਾਲ ਆਪਣੀ ਡੈਥ ਹੋ ਗਈ ਸੀ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਕਰ ਲੈਣਾ। 1930 ਈਸਵੀ ਦੇ ਵਿੱਚ ਰੈਜ਼ੋਲੂਸ਼ਨ ਹੋਇਆ ਸੀ ਪੂਰਨ ਸਵਰਾਜ ਦਾ, ਕੰਪਲੀਟ ਇੰਡੀਪੈਂਡੈਂਸ ਪਾਸ ਹੋਇਆ ਸੀ, ਠੀਕ ਹੈ, ਲਾਹੌਰ ਸੈਸ਼ਨ ਦੇ ਵਿੱਚ। 30 ਦੇ ਵਿੱਚ ਕੀ ਹੋਇਆ ਜੀ? 1930 'ਚ ਮਹਾਤਮਾ ਗਾਂਧੀ ਨੇ ਨਮਕ ਦਾ ਕਾਨੂੰਨ ਤੋੜਿਆ ਸੀ, ਜਿਹੜਾ ਸਿਵਲ ਡਿਸਓਬੀਡੈਂਸ ਮੂਵਮੈਂਟ ਲਾਂਚ ਹੋਇਆ ਸੀ 6 ਅਪ੍ਰੈਲ 1930 ਨੂੰ। ਪਹਿਲੀ ਰਾਊਂਡ ਟੇਬਲ ਕਾਨਫਰੰਸ ਵੀ 30 ਨੂੰ ਹੋਈ ਸੀ। 31 ਨੂੰ ਗਾਂਧੀ ਅਰਬਨ ਪੈਕਟ ਤੇ ਸੈਕੰਡ ਰਾਊਂਡ ਟੇਬਲ ਕਾਨਫਰੰਸ ਹੋਈ ਸੀ। 1932 'ਚ ਥਰਡ ਰਾਊਂਡ ਟੇਬਲ ਕਾਨਫਰੰਸ ਹੋਈ ਸੀ। ਸੋ ਇਹ ਸਾਰੀ ਡੇਟ ਵਾਈਜ਼ ਹੀ ਆ, ਤੁਹਾਨੂੰ ਯਾਦ ਹੋ ਜਾਏਗੀ। ਕਮਿਊਨਲ ਮੈਕਡੋਨਲਡ ਅਵਾਰਡ ਹੋਇਆ ਸੀ। ਪੂਨਾ ਪੈਕਟ, ਗਾਂਧੀ ਅੰਬੇਦਕਰ ਪੈਕਟ। 35 'ਚ ਗੌਰਮੈਂਟ ਆਫ ਇੰਡੀਆ ਐਕਟ ਪਾਸ ਹੋਇਆ ਸੀ। ਸੋ ਪ੍ਰੋਵਿੰਸ਼ਨਲ ਜੋ ਆਟੋਨੋਮੀ ਹੋਈ ਸੀ, ਠੀਕ ਹੈ, ਕਾਂਗਰਸ ਨੇ ਜਿਹੜੀ ਫਾਰਮ ਕੀਤੇ ਸੀ ਮਿਨਿਸਟਰ ਨੇ, ਜਿਹੜੇ ਇਲੈਕਸ਼ਨ ਹੋਏ ਸੀ ਉਹ 1937 'ਚ ਹੋਏ ਸੀ। 1939 ਦੇ ਵਿੱਚ ਵਰਲਡ ਵਾਰ ਦੂਜੀ ਸ਼ੁਰੂ ਹੋਈ ਸੀ। ਫਾਰਵਰਡ ਬਲਾਕ ਦੀ ਸਥਾਪਨਾ ਕੀਤੀ ਸੁਭਾਸ਼ ਚੰਦਰ ਬੋਸ ਨੇ। 40 'ਚ ਪਾਕਿਸਤਾਨ ਰੈਜ਼ੋਲੂਸ਼ਨ ਪਾਸ ਹੋਇਆ। ਅਗਸਤ ਆਫਰ ਹੋਇਆ। ਇੰਡੀਵਿਜੂਅਲ ਸੱਤਿਆਗ੍ਰਹਿ ਵੀ ਚੱਲਿਆ। 41 'ਚ ਸੁਭਾਸ਼ ਚੰਦਰ ਬੋਸ ਚਲੇ ਗਏ ਸੀ, ਡੈਥ ਹੋ ਗਈ ਸੀ ਰਵਿੰਦਰ ਨਾਥ ਟੈਗੋਰ ਦੀ। 42 'ਚ ਕ੍ਰਿਪਸ ਮਿਸ਼ਨ ਭਾਰਤ ਆਇਆ ਤੇ 42 ਦੇ ਵਿੱਚ ਕੁਆਇਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ, ਠੀਕ ਆ ਜੀ, ਡੂ ਔਰ ਡਾਈ ਵਾਲਾ। ਨੈਕਸਟ ਆ ਗਿਆ ਸਾਡਾ 43 44 ਦੇ ਵਿੱਚ ਕੀ ਹੋਇਆ? 43 44 ਦੇ ਵਿੱਚ ਬੰਗਾਲ ਫੈਮਿਨਨ ਹੋਇਆ। 44 ਦੇ ਵਿੱਚ CR ਫਾਰਮੂਲਾ ਹੋਇਆ। 45 ਦੇ ਵਿੱਚ ਟ੍ਰਾਇਲ ਹੋਇਆ ਸੀ ਇੰਡੀਅਨ ਨੈਸ਼ਨਲ ਆਰਮੀ ਦਾ, ਆਪਾਂ ਕਰ ਚੁੱਕੇ ਹਾਂ। ਸ਼ਿਮਲਾ ਕਾਨਫਰੰਸ ਹੋਈ, ਵਰਲਡ ਵਾਰ ਦੂਜੀ 45 'ਚ ਖਤਮ ਹੋਈ ਸੀ। ਫਿਰ 46 'ਚ ਆਪਾਂ ਦੇਖੇ ਕਿ ਜੋ ਆਪਣੇ ਬ੍ਰਿਟਿਸ਼ ਕੈਬਨਿਟ ਮਿਸ਼ਨ ਸੀਗੇ ਉਹ ਆਪਣੇ ਭਾਰਤ ਆਏ ਸੀ, ਕਿਉਂਕਿ ਆਪਣੇ ਇੰਟਰਨੈਸ਼ਨਲ ਗੌਰਮੈਂਟ ਫਾਰਮ ਕਰਨ ਲਈ ਡਾਇਰੈਕਟ ਐਕਸ਼ਨ ਕੈਂਪਨ ਹੋਇਆ ਸੀ, ਠੀਕ ਆ, ਕੈਬਨਿਟ ਮਿਸ਼ਨ ਹੋਇਆ ਸੀ, ਠੀਕ ਆ, ਕੈਬਨਿਟ ਮਿਸ਼ਨ ਪਲਾਨ। ਸੋ 1947 ਦੇ ਵਿੱਚ ਕੀ ਹੋਇਆ? 1947 ਦੇ ਵਿੱਚ ਇੰਡੀਅਨ ਇੰਡੀਪੈਂਡੈਂਸ ਐਕਟ ਪਾਸ ਹੋਇਆ ਤੇ ਇੰਡੀਆ ਤੇ ਪਾਕਿਸਤਾਨ ਸੈਪਰੇਸ਼ਨ ਹੋ ਗਿਆ ਇਹਨਾਂ ਦਾ, ਠੀਕ ਆ, ਬਣ ਗਿਆ ਤੇ ਡੋਮੀਨੇਟ ਦਾ ਦਰਜਾ ਮਿਲ ਗਿਆ ਸੀ। ਹੁਣ ਆਪਣੀ ਅਗਲੀ ਕਲਾਸ ਹੋਊਗੀ 15ਵੀਂ ਕਲਾਸ ਮਾਡਰਨ ਹਿਸਟਰੀ ਦੀ, ਠੀਕ ਹੈ, ਇਹ ਆਪਣੀ ਖਤਮ ਹੋ ਗਈ ਆ, ਇਹ ਆਪਾਂ ਕਰ ਦਿੱਤੀ ਆ। 16 ਨੰਬਰ ਕਲਾਸ ਦੇ ਵਿੱਚ ਆਪਾਂ ਕੀ ਕਰਾਂਗੇ? ਬ੍ਰਿਟਿਸ਼ ਵਾਇਸਰੋਏ ਐਂਡ ਗਵਰਨਰ ਜਨਰਲ ਤੇ ਆਪਣੇ ਇੰਪੋਰਟੈਂਟ ਇੰਡੀਅਨ ਫਰੀडम ਫਾਈਟਰਸ ਦੀ ਪਰਸਨੈਲਿਟੀ ਦੇ ਉੱਤੇ ਅਗਰ ਇੱਕ ਬਣੇਗੀ ਤਾਂ ਇੱਕ ਕਰ ਲਾਂਗੇ, ਅਗਰ 2 ਬਣੇਗੀ ਤਾਂ 2 ਕਲਾਸਾਂ ਦੇ ਵਿੱਚ ਆਪਾਂ ਵਧੀਆ ਵਧੀਆ MCQ ਲੈ ਕੇ ਆਵਾਂਗੇ ਜਿਹੜੇ ਕਿ ਬਾਰ-ਬਾਰ ਪੇਪਰ ਦੇ ਵਿੱਚ ਰਿਪੀਟ ਹੁੰਦੇ ਨੇ, ਠੀਕ ਆ।
ਸੋ ਮੁਗਲ ਪੀਰੀਅਡ ਵੀ ਆਪਾਂ ਕਿ ਵੈਸੇ ਮੈਡੀਵਲ ਹਿਸਟਰੀ ਦੇ ਵਿੱਚ ਆ ਜਾਂਦਾ ਮੁਗਲ ਕਾਲ ਆਪਾਂ ਨੂੰ ਕਰਨਾ ਹੀ ਪੈਣਾ। ਵੈਸੇ ਆਪਣੀ ਪੰਜਾਬ ਜੀਕੇ ਦੇ ਵਿੱਚ ਆਪਾਂ ਥੋੜ੍ਹਾ ਬਹੁਤ ਕੀਤਾ ਹੋਇਆ ਵਾ, ਇਹ ਇੱਕ ਕਲਾਸ ਆਪਣੀ ਹੈਗੀ ਆ ਉਹਦੇ ਵਿੱਚ, ਬਟ ਚੰਗੀ ਤਰ੍ਹਾਂ ਨਹੀਂ ਕੀਤਾ। ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਇੱਕ ਕਲਾਸ ਦੇ ਵਿੱਚ। ਸੋ ਹੁਣ ਆਪਣੀ ਪੰਜਾਬ ਜੀਕੇ ਦੀ ਅਗਲੇ ਹਫਤੇ ਤੋਂ ਕਲਾਸ ਸ਼ੁਰੂ ਹੋਏਗੀ ਠੀਕ ਆ। ਇਸ ਤੋਂ ਬਾਅਦ ਅੱਜ ਆਪਣੀ ਮੈਂ ਕੋਸ਼ਿਸ਼ ਕਰਾਂਗਾ ਕਿ ਤਿਆਰ ਕਰਨ ਦੀ ਕਲਾਸ ਆਪਣੀ ਮੈਂ ਕਰ ਦਾਂਗੇ ਕਿ ਰਾਤ ਤੱਕ ਜਾਂ ਕੱਲ੍ਹ ਤੱਕ ਦਾ ਪੱਕਾ 100% ਤੁਹਾਨੂੰ ਮਿਲ ਜੇਗੀ, ਜਿਹੜੀ ਕਿ PPSC ਦੇ ਆਪਾਂ ਪ੍ਰੀਵੀਅਸ ਈਅਰ ਪੇਪਰ ਦੇ ਕੁਐਸਚਨ ਕਰ ਰਹੇ ਹਾਂ। 1 ਤੋਂ 30 ਤੱਕ ਆਪਾਂ ਕੀਤੇ ਸੀ ਇੰਪੋਰਟੈਂਟ ਜਿਹੜੇ ਸੀਗੇ, ਜਿਹੜੇ ਬਾਰ-ਬਾਰ ਰਿਪੀਟ ਹੁੰਦੇ ਨੇ। ਸੋ 31 ਤੋਂ ਲੈ ਕੇ 100 ਤੱਕ ਅੱਜ ਆਪਾਂ ਕਰਾਂਗੇ। ਅੱਜ ਕੋਸ਼ਿਸ਼ ਕਰਾਂਗੇ ਕਿ ਰਾਤ ਤੱਕ ਮੈਂ ਤਿਆਰ ਕਰਕੇ ਅਪਲੋਡ ਕਰਦਾ, ਨਹੀਂ ਤਾਂ ਅੱਜ ਮੈਂ ਕੰਪਲੀਟ ਕਰਕੇ ਕੱਲ੍ਹ ਸਵੇਰੇ ਦਾ ਤੁਹਾਨੂੰ ਪੱਕੀ ਕਲਾਸ ਦੇਖਣ ਨੂੰ ਮਿਲ ਜੇਗੀ। ਸੋ ਤੁਸੀਂ ਨਾ ਹੁਣ ਆਪਣਾ ਇਹਦਾ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ 15 ਕਲਾਸਾਂ ਨੇ ਇਹਨੀ ਪੂਰੀ ਰਿਵੀਜ਼ਨ ਕਰਨੀ ਆ। ਇਹਦੇ ਵਿੱਚੋਂ ਤੁਹਾਡਾ ਕੋਈ ਵੀ ਕੁਐਸਚਨ ਬਾਹਰ ਨਹੀਂ ਜਾਊਗਾ, ਤੇ ਤੁਸੀਂ ਇਹਦੀ ਮੈਂ ਨਾ ਇੱਕ ਕੰਬਾਈਨ PDF ਬਣਾ ਦੂੰਗਾ 15 ਕਲਾਸਾਂ ਦੀ ਕੰਬਾਈਨ ਬਣਾ ਕੇ ਮੈਂ ਉਹਦੇ ਉੱਤੇ ਅਪਲੋਡ ਕਰ ਦੂੰਗਾ, ਤੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਕਰ ਲੈਣਾ ਵਾ। ਠੀਕ ਆ ਜੀ। ਸੋ ਠੀਕ ਆ ਜੀ, ਹੁਣ ਧੰਨਵਾਦ। ਮਿਲਦੇ ਹਾਂ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ, ਜਿਹੜੀ ਕਿ ਆਪਣੀ ਹੋਏਗੀ ਅੱਜ PPSC ਜਿਹੜੇ ਪ੍ਰੀਵੀਅਸ ਈਅਰ ਪੇਪਰ ਆਪਾਂ ਕਰਦੇ ਹਾਂ। ਠੀਕ ਆ ਜੀ, ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਠੀਕ ਆ, ਜੇ ਤੁਹਾਨੂੰ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਕਰੋ। ਠੀਕ ਆ ਜੀ, ਧੰਨਵਾਦ।